KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 27 ਜੂਨ 2022 प्रोग्राम पंजाबी आवाज़ च तुहाडा स्वागत है। दुनिया भर साडे प्रोग्राम्स तुसीं सुन सकते हो radioindia.ca ते US ते कैनेडा च साडे प्रोग्राम्स KRPA 1110 AM ते सुने जा सकते हैं। स्टूडियो का नंबर है 6045929191 604 592 9191। स्वागत करते डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं जी। जिमनी चोणां जड़ियां होके हटियां ने, आम आदमी पार्टी लई वकार दा सवाल सी, कांग्रेस ते अकाली दल लई होंद दा सवाल सी। सिमरनजीत सिंह मान दी जिੱਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਦੇਖੋ ਕਿ 100 ਦਿਨਾਂ ਦੇ ਵਿੱਚ ਹੀ ਲੋਕਾਂ ਨੇ ਇੱਕ ਫਤਵਾ ਦੇ ਦਿੱਤਾ ਸਰਕਾਰ ਦੇ ਖਿਲਾਫ, ਜਿੱਥੇ ਉਹਨਾਂ ਦਾ ਕਿਲਾ ਮੰਨਿਆ ਜਾਂਦਾ। ਹਾਂਜੀ, ਸੰਗਰੂਰ ਉਹਨਾਂ ਦਾ ਇਹ ਗੜ ਮੰਨਿਆ ਜਾਂਦਾ ਸੀ। ਉੱਥੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਜਿੱਤ ਹੋਈ ਆ। ਹੁਣ ਗੱਲ ਕਰ ਲੈਂਦੇ ਕਿ ਜਦੋਂ ਇਲੈਕਸ਼ਨ ਹੋਈ ਸੀ, ਧੂਆਂ ਧਾਰ ਪ੍ਰਚਾਰ ਕਰਦੇ ਔਰ ਹਮੇਸ਼ਾ ਨੰਬਰ ਦੱਸਦੇ ਆ ਕਿ 92 ਸੀਟਾਂ ਅਸੀਂ ਜਿੱਤ ਗਏ। ਹੁਣ ਇਹਦੇ ਪਿੱਛੇ ਅੰਕੜੇ ਦੇਖਦੇ ਆ ਕਿ 92 ਸੀਟਾਂ ਦੇ ਪਿੱਛੇ ਇਹ ਕੀ ਅਸਲੀਅਤ ਕੀ ਹੈ। ਵੈਸੇ ਤੁਸੀਂ ਦੇਖੋ ਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਦੀਆਂ ਵਿੱਚ 72% ਪੋਲਿੰਗ ਹੋਈ। ਹਾਂਜੀ, ਤੇ 28% ਪੰਜਾਬੀ ਆਪਣੀ ਵੋਟ ਪਾਉਣ ਨਹੀਂ ਗਏ। ਉਹਨਾਂ ਨੂੰ ਤੁਸੀਂ ਪੰਜਾਬ ਤੋਂ ਨਹੀਂ ਬਾਹਰ ਕੱਢਣ ਲੱਗੇ ਨਾ, ਉਹ ਰਹਿੰਦੇ ਤਾਂ ਉੱਥੇ ਹੀ ਆ। ਹਾਂਜੀ, 28% ਤਾਂ ਉੱਥੇ ਹੀ ਬੈਠੇ ਆ ਜਿਹੜੇ ਇਹਨਾਂ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਘਰੋਂ ਉੱਠ ਕੇ ਪੋਲਿੰਗ ਬੂਥ ਤੇ ਚੱਲ ਜਾਣ। ਇਹਦਾ ਮਤਲਬ ਉਹ ਕਿਸੇ ਵੀ ਪਾਰਟੀ ਤੋਂ ਸੰਤੁਸ਼ਟ ਨਹੀਂ ਸੀ। ਹਾਂਜੀ, ਉਸ 72% ਚੋਂ ਇਹਨਾਂ ਨੂੰ 72% ਨੂੰ 100% ਹੀ ਕਹਿੰਦੇ ਅਸੀਂ, ਕਿਉਂਕਿ ਪੋਲਿੰਗ ਹੋ ਰਹੀ ਉਹਦੇ ਵਿੱਚੋਂ 42% ਜਿਹੜੀ ਵੋਟ ਪਈ ਹੈ ਉਹ ਆਮ ਆਦਮੀ ਪਾਰਟੀ ਨੂੰ ਪਈ। ਸੋ ਜੇ ਤੁਸੀਂ 28% ਉਹ ਯੂਜ਼ ਕਰਦੇ ਆ ਤਾਂ ਇਹਨੂੰ ਸਿਰਫ 72% ਚੋਂ 42% ਹੀ ਪਈ ਆ। ਟੋਟਲ ਵੋਟ ਪੰਜਾਬੀਆਂ ਦੀ ਪਈ ਇਹਨਾਂ ਨੂੰ 30%। ਹਾਂਜੀ, 70% ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ ਪਾਈ ਜੀ। ਇਸ ਤਰੀਕੇ ਨਾਲ ਦੇਖਣ ਵਾਲੇ ਅੰਕੜੇ ਆ। ਕਹਿੰਦੇ ਹੁੰਦੇ ਨੇ ਅੰਕੜੇ ਜੋ ਦੱਸਦੇ ਆ ਬੜੀ ਦਿਲਚਸਪ ਆ, ਜੋ ਲੁਕਾਉਂਦੇ ਆ ਉਹ ਬਹੁਤ ਵਾਈਟਲ ਹੁੰਦਾ। ਹਾਂਜੀ, ਤੇ ਇਹ 70% ਦੀ ਕੋਈ ਗੱਲ ਹੀ ਨਹੀਂ ਕਰਦਾ। ਜਿਹੜੇ ਬੰਦੇ ਮੁੜ ਕੇ ਪੱਤਰਕਾਰ ਵੀ ਇਹ ਗੱਲਾਂ ਸਾਨੂੰ ਦੱਸਦੇ ਸੀ ਕਿ ਜੀ 92 ਸੀਟਾਂ ਜਿੱਤ ਗਏ, ਇਹ ਤਾਂ ਬਹੁਤ ਵੱਡੀ ਜਿੱਤ ਹੈ। ਬਹੁਤ ਵੱਡੀ ਜਿੱਤ ਹੋਈ 30% ਵੋਟਾਂ ਨਾਲ। ਹੁਣ ਦੂਸਰਾ ਸਵਾਲ ਆ ਗਿਆ ਕਿ 100 ਦਿਨਾਂ ਦੇ ਵਿੱਚ ਹੀ ਲੋਕਾਂ ਨੇ ਸਾਬਤ ਕਰਤਾ ਕਿ ਜਦੋਂ ਅਸੀਂ ਪਿਛਲੀ ਵਾਰ ਵੋਟ ਪਾਈ ਆ ਉਹ ਤੁਹਾਡੇ ਹੱਕ 'ਚ ਨਹੀਂ ਵੋਟ ਪਾਈ, ਅਸੀਂ ਕਾਂਗਰਸ ਦੇ ਖਿਲਾਫ ਪਾਈ ਆ, ਅਸੀਂ ਅਕਾਲੀਆਂ ਦੇ ਖਿਲਾਫ ਪਾਈ ਆ, BJP ਦੇ ਖਿਲਾਫ ਪਾਈ ਆ, ਪੁਰਾਣੀਆਂ ਪਾਰਟੀਆਂ ਦੇ ਖਿਲਾਫ ਵੋਟ ਪਾਈ ਆ। ਹਾਂਜੀ, ਬਦਲਾਅ ਚਾਹੁੰਦੇ ਸੀ ਲੋਕ। ਮਤਲਬ ਇਹ ਬਦਲਾਅ ਦਾ ਕਰਤਾ ਕਿ ਉਹਨਾਂ ਦੇ ਖਿਲਾਫ ਵੋਟ ਪਾਈ ਤੇ ਇਹ ਜਿਤਾਤੀ। ਹੁਣ ਇਹਨਾਂ ਦੇ ਖਿਲਾਫ ਵੋਟ ਪਾਈ ਹੈ। ਇਹਦਾ ਮਤਲਬ ਲੋਕੀ ਸ਼ਮਸ਼ੇਰ ਸਿੰਘ ਦੂਲੋ ਨੇ, ਵੈਸੇ ਕਾਂਗਰਸੀ ਪਾਰਟੀ ਦੀ ਕਿਸੇ ਆਗੂ ਨੂੰ ਮੈਂ ਕੋਟ ਨਹੀਂ ਕਰਦਾ ਹੁੰਦਾ, ਪਰ ਉਹਨਾਂ ਨੇ ਇੱਕ ਗੱਲ ਵਧੀਆ ਗੱਲ ਕੀਤੀ ਸੀ ਪਿੱਛੇ ਜਿਹੇ ਕਿ ਪੰਜਾਬ ਦੇ ਲੋਕੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੁਖੀ ਆ। ਮਤਲਬ ਇਕੱਲੇ ਪੰਜਾਬ ਦੇ ਨਹੀਂ, ਮੇਰਾ ਖਿਆਲ ਸਾਰੇ ਹਿੰਦੁਸਤਾਨ ਦੇ ਲੋਕੀ, ਸਾਰੇ ਦੁਨੀਆ ਦੇ ਲੋਕ ਹੀ ਦੁਖੀ ਆ ਸਾਰੀਆਂ ਪਾਰਟੀਆਂ ਤੋਂ। ਵੈਸੇ ਸਾਡੇ ਵੀ ਇੱਥੇ ਇਦਾਂ ਦੁਖੀ ਆ। ਸੋ ਕੀ ਹੋਇਆ ਹੁਣ? ਇੰਟਰਸਟਿੰਗ ਗੱਲ ਇਹ ਸੀ ਕਿ ਜਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ 45% ਤੋਂ ਥੋੜੀ ਜਿਹੀ ਜ਼ਿਆਦਾ ਪੋਲਿੰਗ ਹੋਈ ਹੈ, ਜਿਹੜੀ ਕਿ ਆਮ ਬਾਈ ਇਲੈਕਸ਼ਨ ਦੇ ਵਿੱਚ ਇਦਾਂ ਹੀ ਹੁੰਦਾ। ਵੈਸੇ ਕੋਈ ਨਵੀਂ ਗੱਲ ਨਹੀਂ ਹੈ। ਹੁਣ 45% ਤੋਂ ਜ਼ਿਆਦਾ ਵੋਟਿੰਗ ਨੂੰ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਤਾ ਕਿਸ ਤਰ੍ਹਾਂ ਪ੍ਰਚਾਰ ਕਰਦੇ, ਉਹਨਾਂ ਦਾ ਸਪੋਕਸਮੈਨ ਸੀ, ਬੋਲਿਆ TV ਤੇ ਕੰਗ। ਉਹ ਕਹਿੰਦਾ ਜੀ ਝੋਨਾ ਲਾ ਰਹੇ ਸੀ ਲੋਕੀ ਤਾਂ ਨਹੀਂ ਆਏ। ਹਾਂਜੀ, ਹੁਣ 45% ਮਤਲਬ 55% ਲੋਕੀ ਝੋਨਾ ਲਾਉਣ ਲੱਗੇ ਸੰਗਰੂਰ ਦੇ ਵਿੱਚ। ਜਿਨ੍ਹਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਝੋਨਾ ਹੀ ਲਾਈ ਗਏ। 45 ਅੱਧਿਓਂ ਜ਼ਿਆਦਾ ਲੋਕੀ ਝੋਨਾ ਲਾਉਣ ਲੱਗ ਗਏ। ਅੱਛਾ, ਇਹਨਾਂ ਦੀ ਗੱਲ ਮੰਨ ਲਈ ਨੇ, ਹੁਣ ਮੰਨ ਲਈ ਗੱਲ ਉਹਦੀ ਕੰਗ ਦੀ, ਅਸੀਂ ਐਕਸੈਪਟ ਕਰ ਲਈ।
ਰਜਿੰਦਰ ਨਗਰ ਦੇ ਵਿੱਚ ਦਿੱਲੀ ਦੇ ਵਿੱਚ 44% ਤੋਂ ਘੱਟ ਵੋਟ ਪਈ ਹੈ। ਹਾਂਜੀ। ਉੱਥੇ ਫਿਰ 56% ਲੋਕੀ ਉੱਥੇ ਦੇ ਰਜਿੰਦਰ ਨਗਰ ਵਾਲੇ ਉਹ ਬੀਜੇਪੀ ਦੇ ਸਪੋਰਟਰ ਹੋਣਗੇ ਕਿਉਂਕਿ ਇਹਨਾਂ ਦਾ ਕੈਂਡੀਡੇਟ ਜਿੱਤ ਗਿਆ ਉੱਥੇ। ਹਾਂਜੀ। ਉੱਥੇ 44% ਤੋਂ ਘੱਟ ਵੋਟ ਪਈ ਤੇ ਫੇਰ ਵੀ ਇਹਨਾਂ ਦਾ ਕੈਂਡੀਡੇਟ ਜਿੱਤ ਗਿਆ ਤੇ ਉਹ 56% ਕਿੱਥੇ ਝੋਨਾ ਲਾਉਂਦੇ ਸੀ? ਹਾਂਜੀ ਡਾਕਟਰ ਸਾਹਿਬ, ਇਹ ਤਾਂ ਬਹੁਤ ਵੱਡਾ ਸਵਾਲ ਆ ਵੈਸੇ। ਰਜਿੰਦਰ ਨਗਰ ਦੇ ਵਿੱਚ ਤਾਂ ਮੈਂ ਝੋਨਾ ਦੇਖਿਆ ਨਹੀਂ ਕਿਤੇ। ਹਾਂ, ਅੰਬੈਸੀਆਂ ਦੀ ਆ ਲਾਏ ਹੁਣ, ਇੱਧਰ ਖੁੱਲੀਆਂ ਅੰਬੈਸੀਆਂ ਹੋਣੀਆਂ ਚਨੱਕਿਆਪੁਰੀ ਦੇ ਵਿੱਚ ਭਾਵੇਂ ਝੋਨਾ ਲਾਉਂਦੇ ਫਿਰਦੇ ਹੁਣ, ਜਾਂ ਉਹ ਸੰਗਰੂਰ ਚ ਆ ਕੇ ਬੀਜੇਪੀ ਦੇ ਸਪੋਰਟਰ ਦਿੱਲੀੋਂ 56% ਉੱਥੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੋਰਟਰਸ ਨੂੰ ਝੋਨਾ ਲਾਉਂਦਾ ਦੇਖਦੇ ਸੀ। ਇਹ ਵੈਸੇ ਤਾਂ ਕਾਮਿਕ ਹੈ, ਇੱਕ ਕਾਮੇਡੀ ਕਰ ਰਿਹਾ ਸੀ ਬੰਦਾ ਉਹ। ਹਾਂਜੀ। ਇਹ ਪਤਾ ਨਹੀਂ ਉਹਨੂੰ ਸਪੋਕਸਮੈਨ ਕਿਉਂ ਰੱਖਿਆ ਹੈ। ਲੋਕਾਂ ਨੂੰ ਬੇਵਕੂਫ ਸਮਝਦੇ ਆ ਜਾਂ ਇਹਨਾਂ ਦੇ ਕੋਲ ਹੈ ਹੀ ਬੇਵਕੂਫ ਹੈ। ਇਹਦੇ ਵਿੱਚ ਉਸਨੇ ਇੱਕ ਵਾਰ ਇਹਨਾਂ ਨੇ ਸ਼ੁਰੂ ਕੀਤੀ ਸੀ 300 ਯੂਨਿਟ ਦੀ ਪਹਿਲਾਂ ਵੀ ਗੱਲ ਕਿ ਅਸੀਂ ਫ੍ਰੀ ਇਲੈਕਟ੍ਰਿਸਿਟੀ ਦੇਵਾਂਗੇ 300 ਯੂਨਿਟ। ਹਾਂਜੀ। ਤਾਂ ਉੱਥੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਉਹਨੂੰ ਕਿ ਤੁਸੀਂ ਗੱਲ ਕਰਦੇ ਆ ਕਿ ਇੰਨੀ ਬਿਜਲੀ ਫ੍ਰੀ ਦੇਵਾਂਗੇ, ਬਿਜਲੀ ਆਉਂਦੀ ਹੈ ਨਹੀਂ। ਹਾਂਜੀ। ਉਹਦਾ ਕੀ ਫਾਇਦਾ ਹੈ ਜਿਹੜੀ ਆਉਣੀ ਨਹੀਂ ਚੀਜ਼? ਹਾਂਜੀ। ਕਿ ਇਹਨਾਂ ਨੇ ਕੰਗ ਸਾਹਿਬ ਦੀ ਤੁਸੀਂ ਵੀਡੀਓ ਦੇਖਿਓ, ਮੇਰਾ ਖਿਆਲ YouTube ਤੇ ਵੀ ਹੋਣੀ ਹੁਣ, ਕਹਿੰਦੇ ਕਿ ਜਿਹੜੀ ਪਿਛਲੀ ਸਰਕਾਰ ਸੀ ਉਹ ਸਾਰੇ ਥਰਮਲ ਪਲਾਂਟਾਂ ਨੂੰ ਤੋੜ-ਫੋੜ ਕਰਕੇ ਗਈ ਹੈ। ਹੁਣ ਅਸੀਂ ਚੰਨੀ ਦੀਆਂ ਫੋਟੋ ਦੇਖੀਆਂ ਬੱਕਰੀ ਚੋਂਦੀਆਂ, ਤੁਸੀਂ ਦੇਖਿਆ ਵੀ ਉਹ ਠੁੱਡੇ ਮਾਰਦਾ ਫਿਰਦਾ ਹੋਵੇ ਕਿਤੇ ਥਰਮਲ ਪਲਾਂਟਾਂ ਕਿੰਨੀ ਹਾਸੋ ਹੋਣੀ ਤੇ ਕਿੰਨੀ ਬਦਕਿਸਮਤੀ ਪੰਜਾਬ ਨੂੰ ਇਦਾਂ ਦੇ ਬੇਵਕੂਫ ਬੰਦੇ ਸਪੋਕਸਮੈਨ ਬਣਾ ਕੇ ਰੱਖੇ ਹੋਏ। ਤੁਸੀਂ ਕਦੇ ਅਕਲ ਨਾ ਕੋਈ ਦਲੀਲ ਨਾਲ ਗੱਲ ਦਿਓ ਉਹਨਾਂ ਨੂੰ, ਲੋਕਾਂ ਨੂੰ ਇਹ ਮੰਨ ਲਓ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਕੜ ਨਾਲ ਹੀ ਕਹਿਣਾ ਹਮੇਸ਼ਾ ਹੀ। ਸਾਡੇ ਦਾ ਸਪੋਰਟਰ ਝੋਨਾ ਲਾਉਣ ਗਏ ਸੀ, ਸਿਮਰਨਜੀਤ ਸਿੰਘ ਦੇ ਮਾਨ ਦੇ ਸਪੋਰਟਰ ਕਿੱਥੇ ਸੀ? ਉਹ ਅੰਬ ਤੋੜਨ ਗਏ ਸੀ, ਉਹ ਤਾਂ ਵੋਟਾਂ ਪਾ ਗਏ। ਡਾਕਟਰ ਸਾਹਿਬ ਨਾਲੇ ਕਹਿੰਦੇ ਜੂਨ ਦੀਆਂ ਛੁੱਟੀਆਂ ਸੀ, ਇਸ ਕਰਕੇ ਵੀ ਸਾਡੀ ਜਿਹੜੀ ਹੈਗੀ ਆ ਹਾਰ ਹੋਈ। ਨਹੀਂ, ਜੂਨ ਦੀਆਂ ਛੁੱਟੀਆਂ ਸਿਰਫ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਹੀ ਸੀ ਕਿ ਸਿਮਰਨਜੀਤ ਸਿੰਘ ਮਾਨ ਦੇ ਵੀ ਸਪੋਰਟਰਾਂ ਨੂੰ ਸੀ? ਹਾਂਜੀ। ਦੂਜੀਆਂ ਪਾਰਟੀਆਂ ਦੇ ਵੀ ਸਪੋਰਟਰ ਤਾਂ ਹੋਣੇ ਹੀ ਆ ਜਿਨ੍ਹਾਂ ਨੂੰ ਛੁੱਟੀਆਂ ਸੀ। ਹਾਂਜੀ ਬਿਲਕੁਲ। ਜਾਂ ਜਿਹੜੇ ਝੋਨਾ ਲਾਉਣ ਗਏ ਸੀ ਇਹਨਾਂ ਦੇ, ਜਾਂ ਇਹ ਕਹਿਣ ਵੀ ਅਸੀਂ ਛੁੱਟੀਆਂ ਦਿੱਤੀਆਂ ਐਤਕੀ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਨੂੰ। ਹਾਂਜੀ। ਇਹ ਕਹਿ ਦੇਣ ਸਰਕਾਰੀ ਤੌਰ ਤੇ, ਫਿਰ ਅਸੀਂ ਇਹਨਾਂ ਦੀ ਗੱਲ ਮੰਨ ਲਵਾਂਗੇ। ਜੀ ਬਿਲਕੁਲ। ਸੋ ਇਹ ਇੱਕ ਦਲੀਲ ਨੂੰ ਕਿਸ ਤਰ੍ਹਾਂ ਤੋੜਦੇ ਮਰੋੜਦੇ ਆ। ਹੁਣ ਇੱਕ ਹਰ ਕੇ ਹਟੇ ਹੀ ਆ ਜੇ, ਉਸੇ ਦਿਨ ਇਹਨਾਂ ਨੇ ਵਾਈਟ ਪੇਪਰ ਇੱਕ ਰਿਲੀਜ਼ ਕੀਤਾ ਬਜਟ ਤੇ। ਹਾਂਜੀ। ਹੁਣ ਵਾਈਟ ਪੇਪਰ ਦਾ ਮਤਲਬ ਆ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਵਾਈਟ ਲਾਈਜ਼, ਨੰਗਾ ਚਿੱਟਾ ਝੂਠ ਬੋਲਣਾ। ਵਾਈਟ ਪੇਪਰ ਜਿਹੜਾ ਇੱਕ ਵਾਰੀ ਮਿਸਿਸ ਗਾਂਧੀ ਨੇ ਪੇਸ਼ ਕੀਤਾ ਸੀ 1984 ਦੇ ਹਰਮੰਦਰ ਸਾਹਿਬ ਹਮਲੇ ਤੇ, ਨੰਗਾ ਚਿੱਟਾ ਝੂਠ ਸ਼ਰੇਆਮ। ਵਾਈਟ ਪੇਪਰ ਕੱਢਿਆ ਇਹਨਾਂ ਨੇ। ਤੁਸੀਂ ਇਲੈਕਸ਼ਨ ਤੋਂ ਪਹਿਲਾਂ, ਵਿਧਾਨ ਸਭਾ ਦੀਆਂ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਅਖਬਾਰ, ਪੰਜਾਬ ਦਾ ਮੀਡੀਆ, ਉਹ ਸਾਰੇ ਅੱਡੀਆਂ ਚੁੱਕ ਕੇ ਗੱਲਾਂ ਕਰਦੇ ਸੀ ਕਿ ਪੰਜਾਬ ਦੇ ਵਿੱਚ ਕਿੰਨਾ ਕਰਜ਼ਾ ਹੈ। ਹਾਂਜੀ। ਈਵਨ ਸਾਡੇ ਪੁਰਾਣੇ ਉਹਨਾਂ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਕਿਹਾ ਕਿ ਕਰਜ਼ਾ ਜਿਹੜਾ ਆ 3,82,000 ਕਰੋੜ ਤੋਂ ਵੱਧ ਆ। ਇਹਨਾਂ ਨੇ ਉਹ ਜਿਹੜਾ ਵਾਈਟ ਪੇਪਰ ਇਹੀ ਗੱਲ ਕਹੀ ਆ ਕਿ ਕਰਜ਼ਾ ਆ ਪੰਜਾਬ ਸਿਰ। ਹਾਂਜੀ। ਜਿਹੜਾ ਕਿ ਇਹਨਾਂ ਨੂੰ ਪਹਿਲਾਂ ਵੀ ਪਤਾ ਸੀ। ਉਹਦਾ ਮਤਲਬ ਇਹ ਸੀ ਇਹਨਾਂ ਦਾ ਲਿਆਉਣ ਦਾ ਵਾਈਟ ਪੇਪਰ ਕਿ ਹੁਣ ਜਿਹੜੇ ਵਾਅਦੇ ਕਰ ਲਏ ਆ ਉਦੋਂ ਵੀ ਪਤਾ ਸੀ ਇਹਨਾਂ ਨੂੰ ਕਿ ਪੰਜਾਬ ਦੇ ਸਿਰ ਕਰਜ਼ਾ ਆ। ਹੁਣ ਦਿਖਾਲਣ ਲਈ ਕਿ ਸਾਨੂੰ ਤਾਂ ਪਤਾ ਹੀ ਹੁਣ ਲੱਗਾ ਲੈ, ਅਸੀਂ ਤਾਂ ਸਰਕਾਰ ਦੇ ਵਿੱਚ ਹੀ ਹੋਣਾ ਹੈ। ਸਰਕਾਰ ਦੇ ਵਿੱਚੋਂ ਜਿਹੜੇ ਬੰਦੇ ਉੱਠ ਕੇ ਗਏ ਉਹ ਤੁਹਾਨੂੰ ਦੱਸ ਰਹੇ ਸੀ ਕਿ ਸਾਡੇ ਸਿਰ ਜ਼ਿਆਦਾ ਕਰਜ਼ਾ ਆ। ਹਾਂਜੀ। ਹੁਣ ਪਿਛਲੇ ਹਫ਼ਤੇ ਹੀ ਹਾਲੇ ਇਹਨਾਂ ਦੇ ਵਾਈਟ ਪੇਪਰ ਆਉਣ ਤੋਂ ਪਹਿਲਾਂ ਹੀ ਆਡੀਟਰ ਜਨਰਲ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਛ ਕੁ ਰਾਜਾਂ ਦਾ ਇੰਨਾ ਕਰਜ਼ਾ ਉਹ ਕਹਿੰਦੇ ਸੀ ਅੰਤਾਂ ਦਾ ਹੋ ਗਿਆ, ਹੱਦੋਂ ਬਾਹਰ ਉਹਨਾਂ ਨੇ ਕਿਹਾ ਕਿ ਚਲਾ ਗਿਆ ਇਹ। ਉਹਦੇ ਵਿੱਚ ਵੈਸਟ ਬੰਗਾਲ, ਕੇਰਲ ਤੇ ਪੰਜਾਬ, ਤਿੰਨਾਂ ਦਾ ਉਹਨਾਂ ਨੇ ਨਾਂ ਲਿਆ ਖਾਸ ਤੌਰ ਤੇ ਕਿ ਇਹਨਾਂ ਦੇ ਸਿਰ ਇੰਨਾ ਕਰਜ਼ਾ ਉਹ ਕਹਿੰਦਾ ਕਿ ਇਹ ਹੱਦੋਂ ਬਾਹਰ ਚਲਾ ਗਿਆ।
ਉਹਦੀ ਅਖਬਾਰ 'ਚ ਮੇਰਾ ਖਿਆਲ ਪੜ੍ਹ ਲੈਂਦੇ ਤਾਂ ਪਤਾ ਲੱਗ ਜਾਣਾ ਸੀ। ਇਹਨਾਂ ਨੇ ਫੇਰ ਵੀ ਵਾਈਟ ਪੇਪਰ ਰਿਲੀਜ਼ ਕੀਤਾ ਦੱਸਣ ਲਈ, ਕਿਉਂਕਿ ਹੁਣ $1000 ਰੁਪਈਆ ਜਿਹੜਾ ਦੇਣਾ ਸੀ ਔਰਤਾਂ ਨੂੰ ਉਹ ਦੇਣਾ ਨਹੀਂ, ਉਹ ਲਈ ਵਾਈਟ ਪੇਪਰ ਦੇਤਾ ਵੀ ਤੁਸੀਂ ਪੜ੍ਹੋ। ਡਾਕਟਰ ਸਾਹਿਬ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ। ਪੰਜਾਬ ਦੇ ਵਿੱਚ ਇਸ਼ਤਿਹਾਰ ਤਾਂ ਦੇ ਦਿੱਤੇ ਗਏ, ਵੱਖ-ਵੱਖ ਨਿਊਜ਼ਪੇਪਰਸ ਦੇ ਵਿੱਚ ਦੇਖਣ ਨੂੰ ਮਿਲੇ ਆ, ਜਾਂ ਫਿਰ ਜਿਹੜੇ ਨਿਊਜ਼ ਵੈਬਸਾਈਟਸ ਹੈਗੇ ਉੱਥੇ ਵੀ ਦੇਖਣ ਨੂੰ ਮਿਲਿਆ, ਪਰ ਇਸ ਸਬੰਧ ਦੇ ਵਿੱਚ ਕਿਤੇ ਵੀ ਕੋਈ ਫੰਕਸ਼ਨ ਨਹੀਂ ਹੋਇਆ। ਇੰਨੀ ਮਹਾਨ ਸ਼ਖਸੀਅਤ ਦੀ ਬਰਸੀ ਤੇ ਵੀ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਿਲਕੁਲ ਇਸ ਕੋਈ ਫੰਕਸ਼ਨ ਦਾ ਨਾ ਹੋਣਾ, ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਅੱਜ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਹੈ। 27 ਜੂਨ 1839 ਨੂੰ ਉਹ ਸਵਰਗਵਾਸ ਹੋ ਗਏ। ਮਹਾਨ ਬੰਦਿਆਂ ਨੂੰ ਮਹਾਨ ਬੰਦੇ ਹੀ ਚੇਤੇ ਕਰਦੇ ਹੁੰਦੇ ਜੀ, ਤੇ ਪੰਜਾਬ ਦੇ ਸਰਕਾਰ ਦੇ ਵਿੱਚ ਉਹਨਾਂ ਦੇ ਲੈਵਲ ਦਾ ਬੰਦਾ ਕੋਈ ਨਹੀਂ, ਤੇ ਇਹਨਾਂ ਨੂੰ ਚੇਤੇ ਕਰਨ ਦਾ ਕੀ? ਇਹ ਤਾਂ ਦਿੱਲੀ ਨੱਠ ਗਏ ਹੋਣੇ ਪੁੱਛਣ ਹੋਏ ਕਿਹੜਾ ਦਿਨ ਮਨਾਈਏ ਅਸੀਂ। ਮਹਾਰਾਜ ਸਾਹਿਬ ਨੇ ਜਿਹੜਾ ਪੰਜਾਬ ਦੇ ਵਿੱਚ 40 ਸਾਲ ਰਾਜ ਕੀਤਾ, ਉਸ ਵੇਲੇ ਕੀਤਾ। ਇੱਕ ਜੇ ਤੁਸੀਂ 1799 ਤੋਂ ਪਹਿਲਾਂ ਦਾ ਪੰਜਾਬ ਦੇਖਦੇ ਨਾ, ਤਾਂ ਉਸ ਵੇਲੇ ਦੇਖੋ ਕੀ ਹੋ ਰਿਹਾ ਸੀ ਉੱਥੇ। ਜਦੋਂ ਪੰਜਾਬ ਦੇ ਵਿੱਚ 12 ਤਾਂ ਸਿੱਖ ਮਸਲਾਂ ਸੀ, ਇਹਨਾਂ ਦਾ ਆਪਣਾ ਆਪਣਾ ਰਾਜ ਸੀ। ਫਿਰ ਇਹਨਾਂ ਤੋਂ ਇਲਾਵਾ ਪਹਾੜੀ ਰਾਜੇ ਜਿਹੜੇ ਰਾਜਪੂਤ ਰਾਜੇ, ਕਾਂਗੜੇ ਦੇ ਵਿੱਚ, ਮੰਡੀ ਦੇ ਵਿੱਚ, ਚੰਬਾ, ਇਹ ਸਾਰੇ ਵੱਖਰੇ ਸੀ। ਫਿਰ ਜਿਹੜੇ ਅਫਗਾਨੀਆਂ ਨੇ, ਪਠਾਣਾ ਨੇ ਆਪਣੇ ਨਵਾਬ ਲਾਏ ਸੀ, ਜਿੱਦਾਂ ਨਵਾਬ ਮਲਤਾਨ ਦਾ, ਕਸੂਰਦਾਰ ਮਲਤਾਨ ਨਵਾਬ। ਉਸ ਤੋਂ ਇਲਾਵਾ ਕਈ ਇਲਾਕੇ ਚੌਧਰੀਆਂ ਤੇ ਸਰਦਾਰਾਂ ਦੇ ਕੋਲ ਸੀ, ਜਿੱਦਾਂ ਸਾਹੀਵਾਲ ਦਾ ਇਲਾਕਾ, ਉੱਥੇ ਬਲੋਚ ਚੌਧਰੀ, ਸਿਆਲ ਚੌਧਰੀ, ਚੱਠੇ ਚੌਧਰੀ, ਇਹਨਾਂ ਦੇ ਆਪਣੇ ਆਪਣੇ ਇਲਾਕੇ ਸੀ। ਸੋ ਪੰਜਾਬ ਦੇ ਵਿੱਚ ਤੁਸੀਂ ਕਹ ਲਓ ਕਿ ਘਰੋਂ ਘਰੀਜਾ ਬਣੀ ਸਰਕਾਰ ਮੀਆਂ, ਉਹ ਗੱਲ ਠੀਕ ਹੀ ਸੀ ਵਾਰਿਸ ਸ਼ਾਹ ਦੀ, ਕਿ ਘਰੋਂ ਘਰੀਜਾ ਬਣੀ ਸਰਕਾਰ ਮੀਆਂ। ਉਹ ਬਾਬਾ ਵਾਰਿਸ ਸ਼ਾਹ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਸੀ ਜਦੋਂ ਉਹਨਾਂ ਨੇ ਹੀਰ ਵਾਰਿਸ ਸ਼ਾਹ ਲਿਖੀ, ਔਰ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਦਾ ਹੁੰਦਾ ਸੀ। ਤਾਂ ਦੋ ਗੱਲਾਂ ਸੀ ਕਿ ਇੱਕ ਤਾਂ ਪੰਜਾਬ ਨੂੰ ਉਹਨਾਂ ਨੇ ਇੱਕ ਕੀਤਾ, 1 ਲੱਖ ਮੀਲ ਤੋਂ ਜ਼ਿਆਦਾ ਸਕੁਅਰ ਮਾਈਲਸ ਦਾ ਸੀ ਉਹ ਦਰਬਾਰ, ਲਾਹੌਰ ਦਰਬਾਰ ਜਿਹਨੂੰ ਕਹਿੰਦੇ, ਜਾਂ ਸਰਕਾਰੀ ਖਾਲਸਾ ਅਫੀਸ਼ੀਅਲ ਟਾਈਟਲ ਸੀ। ਔਰ ਉਹਦੇ ਵਿੱਚ ਜੇ ਉਹਨੂੰ ਕੰਪੇਅਰ ਕੀਤਾ ਜਾਵੇ ਤਾਂ ਫਰਾਂਸ ਜਿੱਡਾ ਮੁਲਕ ਸੀ। ਬਸ ਛੋਟੀ ਮੋਟੀ ਗੱਲ ਨਹੀਂ ਕਰਦੇ ਸੀ। ਜਿੱਦਾਂ ਤੁਸੀਂ ਪਟਿਆਲੇ ਦਾ ਰਾਜਾ, ਨਾਭੇ ਦਾ ਰਾਜਾ, ਜੇ ਪਟਿਆਲੇੋਂ ਗੇਂਦ ਜ਼ੋਰ ਨਾ ਮਾਰੋ ਤਾਂ ਨਾਭੇ ਪਹੁੰਚ ਜਾਣੀ। ਉੱਥੇ ਇੱਕ ਰਾਜਾ ਹੁੰਦਾ ਸੀ, ਉੱਥੇ ਇੱਕ ਰਾਜਾ ਸੀ। ਮਹਾਰਾਜਾ ਉਹਨੂੰ ਕਹਿੰਦੇ ਆ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਸੀ। ਇਹ ਤਾਂ ਪਿੱਦੀਆਂ ਸੀ ਜਿਹੜੀਆਂ ਕੋਈ ਜੀਂਦ 'ਚ ਬੈਠਾ, ਕੋਈ ਪਟਿਆਲੇ ਬੈਠਾ, ਕੋਈ ਨਾਭੇ ਬੈਠਾ, ਕੋਈ ਅੰਬਾਲੇ ਬੈਠਾ, ਕੋਈ ਫਰੀਦਕੋਟ ਬੈਠਾ। ਇਹ ਪਿੱਦੀਆਂ ਨੂੰ ਮਹਾਰਾਜੇ ਨਹੀਂ ਕਹਿੰਦੇ ਹੁੰਦੇ। ਮਹਾਰਾਜਾ ਕੋਈ ਇੱਕ ਬਾਦਸ਼ਾਹ ਹੋਇਆ, ਉਹ ਬਾਦਸ਼ਾਹ ਜਿਹਨੂੰ ਦੁਨੀਆ ਦੀਆਂ ਪਾਵਰਸ ਨੇ ਰੈਕਗਨਾਈਜ਼ ਕੀਤਾ ਹੈ। ਉਹਨਾਂ ਦੀ ਸੋਵਰਨਟੀ, ਉਹਨਾਂ ਦੀ ਪ੍ਰਭੂ ਸੱਤਾ ਨੂੰ ਦੁਨੀਆ ਦੀ ਪਾਵਰ ਉਸ ਵੇਲੇ ਜਿਹੜੀ ਸੀ ਉਹਨਾਂ ਨੇ ਰੈਕਗਨਾਈਜ਼ ਕੀਤਾ ਸੰਧੀਆਂ ਬਣਾ ਕੇ। ਉਹਨਾਂ ਨੇ ਦੱਸਿਆ ਕਿ ਆਹ ਇਲਾਕਾ ਤੁਹਾਡਾ, ਇੱਥੇ ਕੋਈ ਸਾਡੀ ਦਖਲਅੰਦਾਜ਼ੀ ਨਹੀਂ ਹੋਊਗੀ, ਆਹ ਸਾਡਾ ਹੈ। ਦੂਸਰੀ ਵੱਡੀ ਗੱਲ ਸੀ ਕਿ ਪੰਜਾਬ ਦੇ ਵਿੱਚ, ਪੰਜਾਬ ਮੇਰਾ ਖਿਆਲ ਨਹੀਂ ਕੋਈ ਉਹਨਾਂ ਨੇ ਦੇਖਿਆ ਮਹਿਮੂਦ ਗਜ਼ਨਵੀ ਤੋਂ ਬਾਅਦ ਖਾਸ ਤੌਰ ਤੇ, ਔਰ ਉਸ ਤੋਂ ਪਹਿਲਾਂ ਵੀ ਹਮਲੇ ਹੁੰਦੇ ਰਹੇ ਪੰਜਾਬ 'ਤੇ। ਹਿੰਦੁਸਤਾਨ ਨੂੰ ਲੋਕੀ ਆਉਂਦੇ ਹੁੰਦੇ ਸੀ, ਚਾਹੇ ਸਾਡੇ ਧਨ ਦੌਲਤ ਲੁੱਟਣ ਆਉਂਦੇ ਸੀ, ਚਾਹੇ ਰਾਜ ਕਰਨ ਆਉਂਦੇ ਸੀ। ਇਹ ਹਰ ਸਾਲ ਆਉਂਦੇ ਰਹੇ ਆ। 1748 ਤੋਂ ਲੈ ਕੇ 1768 ਤਾਈਂ ਅਹਿਮਦ ਸ਼ਾਹ ਅਬਦਾਲੀ ਨੇ 8 ਵਾਰ ਹਮਲੇ ਕੀਤੇ। ਹਰਿਮੰਦਰ ਸਾਹਿਬ ਢਾਇਆ ਉਹਨਾਂ ਨੇ, ਇੰਨੇ ਸਿੰਘ ਮਾਰੇ ਉੱਥੇ, ਇੰਨੇ ਪੰਜਾਬੀਆਂ ਨੂੰ ਖਤਮ ਕੀਤਾ, ਫਿਰ ਉਹ ਲੁੱਟਿਆ। ਇਹ ਕੋਈ ਪੰਜਾਬ ਦੇ ਵਿੱਚ ਤਾਂ ਉਹ ਕਹਾਵਤ ਬਣ ਗਈ ਸੀ ਨਾ, ਖਾਣਾ ਪੀਣਾ ਲਾਹੇ ਦਾ ਤਾਂ ਬਾਕੀ ਅਹਿਮਦ ਸ਼ਾਹੇ ਦਾ। ਹਾਂਜੀ, ਉਸ ਪੰਜਾਬ ਦੇ ਵਿੱਚ 40 ਸਾਲ ਚਿੜੀ ਨਹੀਂ ਫਰਕਣ ਦਿੱਤੀ ਜੀ।
ਪੰਜਾਬ ਦੇ ਬਾਰੇ 'ਚ ਉਹਨਾਂ ਜ਼ਮਾਨਿਆਂ ਦੀ ਜੇ ਤੁਸੀਂ ਕਿਤੇ ਬਲਖ ਵਿਖਾਰੇ ਦੇ ਜਿਹੜੇ ਮਰਚੈਂਟ ਹੁੰਦੇ ਸੀ, ਵਪਾਰੀ ਸੀ, ਉਹਨਾਂ ਦੇ ਮੈਮੋਇਰਸ ਪੜ੍ਹ ਕੇ ਦੇਖੋ, ਉਹਨਾਂ ਲਿਖਦੇ ਕਿ ਪੰਜਾਬ ਇੱਕ ਜਗ੍ਹਾ ਆ ਜਿੱਥੇ ਵਪਾਰੀ ਬਹੁਤ ਸੁਰੱਖਿਅਤ ਆ। ਹਾਂਜੀ। ਸੋ ਜਿੱਥੇ ਕਿ ਬੰਦਿਆਂ ਨੂੰ ਨਿੱਤ ਲੁੱਟ ਪੈਂਦੇ ਸੀ, ਔਰ ਪਠਾਨ ਕਹਿੰਦੇ ਹੁੰਦੇ ਸੀ ਕਾਬਲ ਦੇ ਕਿ ਜਿੱਥੇ ਸਾਡੇ ਘੋੜਿਆਂ ਦੇ ਪੌੜ ਪੈ ਜਾਂਦੇ ਆ ਉੱਥੇ ਦਾ ਘਾਹ ਨਹੀਂ ਹੁੰਦਾ, ਪੰਜਾਬ ਨੂੰ ਅਸੀਂ ਬਰਾਨ ਕਰਕੇ ਰੱਖ ਦਿਆਂਗੇ। ਉਹਨਾਂ ਪਠਾਣਾਂ ਨੇ ਆ ਕੇ ਜੇ ਸ਼ਰਨ ਲਈ ਆ ਬਾਅਦ ਦੇ ਵਿੱਚ, ਚਾਹੇ ਉਹ ਸ਼ਾਹ ਜ਼ਮਾਨ ਸੀ, ਚਾਹੇ ਇਹ ਸ਼ਾਹ ਜ਼ਮਾਨ ਇਹਦਾ ਅਬਦਾਲੀ ਦਾ ਪੋਤਾ ਸੀ, ਚਾਹੇ ਸ਼ਾਹ ਸੁਜਾ ਸੀ, ਉਹ ਵੀ ਅਬਦਾਲੀ ਦਾ ਪੋਤਾ ਹੀ ਸੀ। ਇਹਨਾਂ ਨੇ ਬਾਅਦ ਦੇ ਵਿੱਚ ਸ਼ਰਨ ਰਿਫਿਊਜੀ ਬਣ ਕੇ ਆਏ ਪੰਜਾਬ ਦੇ ਵਿੱਚ। ਮਹਾਰਾਜ ਸਾਹਿਬ ਦੇ ਤੁਸੀਂ ਇਹ ਕਹਿ ਲਓ ਦਇਆਵਾਨ ਵੀ ਸੀ, ਉਹਨਾਂ ਨੇ ਇਹਨਾਂ ਨੂੰ ਉਹ ਪੁਰਾਣੀਆਂ ਗੱਲਾਂ ਮਾਫ ਕਰਕੇ ਫੇਰ ਵੀ ਇਹਨਾਂ ਨੂੰ ਰਿਫਿਊਜੀ ਸਟੇਟਸ ਦਿੱਤਾ, ਪਨਾਹ ਦਿੱਤੀ ਉਹਨਾਂ ਨੇ। ਤੇ 40 ਸਾਲ ਦੇ ਵਿੱਚ ਜੋ ਪੰਜਾਬ ਨੇ ਤਰੱਕੀ ਕੀਤੀ, ਪੰਜਾਬ ਦੇ ਇਤਿਹਾਸ ਦੇ ਮਾਡਰਨ ਇਤਿਹਾਸ ਜਿਹਨੂੰ ਕਹਿ ਲੈਂਦੇ ਨੇ, ਉਹਦੇ ਵਿੱਚ 3 ਰਾਜਿਆਂ ਦੇ ਵਿੱਚ ਦੇ ਸਮੇਂ ਦੇ ਵਿੱਚ ਨਹਿਰਾਂ ਕੱਢੀਆਂ ਗਈਆਂ। ਇੱਕ ਤਾਂ ਅਕਬਰ ਬਾਦਸ਼ਾਹ ਨੇ ਕੱਢੀਆਂ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਇਲਾਕੇ ਦੇ ਵਿੱਚ ਨਹਿਰਾਂ ਕੱਢੀਆਂ ਸੀ, ਫੇਰ ਆ ਕੇ ਤੀਸਰੀ ਵਾਰ ਬ੍ਰਿਟਿਸ਼ ਨੇ ਕੱਢੀਆਂ, ਜਿਹੜੀਆਂ ਕਨਾਲ ਕਾਲੋਨੀਜ਼, ਕਿਹਨੂੰ ਲਾਇਰਪੁਰ, ਅੱਜ ਕੱਲ੍ਹ ਉਹਨੂੰ ਫੈਸਲਾਬਾਦ ਕਹਿੰਦੇ, ਇੱਧਰ ਜਿਹੜੀਆਂ ਜਿੱਥੋਂ ਬਾਅਦ ਦੇ ਬਾਰੀਏ ਆਏ ਇਹਨੂੰ ਕਹਿੰਦੇ ਹੁੰਦੇ। ਇਹ ਸਾਰਾ ਕੁਛ ਔਰ ਪੰਜਾਬ ਦਾ ਸਭ ਤੋਂ ਪੁਰਾਣਾ ਇਤਿਹਾਸਕ ਤੌਰ ਤੇ ਜਿਹੜਾ ਟ੍ਰੇਡਿੰਗ ਸੈਂਟਰ ਜਿਹਨੂੰ ਅਸੀਂ ਕਹਿੰਦੇ ਆ, ਉਹ ਸੀ ਮੁਲਤਾਨ। ਪਰ ਬਾਅਦ ਦੇ ਵਿੱਚ ਫਿਰ ਅੰਮ੍ਰਿਤਸਰ ਦੂਸਰੀ ਟ੍ਰੇਡਿੰਗ ਸੈਂਟਰ ਬਣਿਆ, ਖਾਸ ਤੌਰ ਤੇ ਮਹਾਰਾਜ ਸਾਹਿਬ ਦੇ ਪੀਰੀਅਡ ਦੇ ਵਿੱਚ। ਜਿਹੜੇ ਕਸ਼ਮੀਰ ਦੇ ਵਿੱਚੋਂ ਲੋਕੀ ਜੋ ਕੁਝ ਬਣਾਉਂਦੇ ਸੀ ਕਰਾਫਟ ਵਗੈਰਾ, ਉਹਨਾਂ ਦਾ ਵਪਾਰ ਨਹੀਂ ਸੀ ਹੁੰਦਾ ਕਸ਼ਮੀਰ ਤੋਂ ਬਾਅਦ। ਕਸ਼ਮੀਰ ਬਹੁਤ ਚਿਰ ਪਠਾਣਾਂ ਦੇ ਹੱਥ 'ਚ ਰਿਹਾ। ਫਿਰ ਉਹ ਆ ਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੇ ਅੰਮ੍ਰਿਤਸਰ ਬਸੇ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੇ ਨਪੋਲੀਅਨ ਦੇ ਜਰਨੈਲ ਆਏ ਸੀ ਨਾ, ਬੰਚੂਰਾ, ਜਨਰਲ ਲੇਡ, ਇਹਨਾਂ ਦੇ ਕੰਪਨੀਆਂ ਬਣਾਈਆਂ ਹੁੰਦੀਆਂ ਸੀ, ਟ੍ਰੇਡਿੰਗ ਕੰਪਨੀਜ਼। ਪੰਜਾਬ ਦਾ ਸਾਰਾ ਸਮਾਨ ਉੱਥੇ ਯੂਰਪ ਦੀਆਂ ਮੰਡੀਆਂ ਦੇ ਵਿੱਚ ਵੇਚਦੇ ਹੁੰਦੇ ਸੀ, ਜਿਹਦੇ ਵਿੱਚੋਂ ਇੱਕ ਬਹੁਤ ਮਸ਼ਹੂਰ ਆਈਟਮ ਸੀ ਕਿ ਪਸ਼ਮੀਨਾ ਪੰਜਾਬ ਦਾ ਸੀਗੇ। ਕਸ਼ਮੀਰੀ ਵੈਸੇ ਜਿਹੜੇ ਨੇ ਪਹਿਲਾਂ ਲੈ ਕੇ ਆਂਦਾ, ਪਰ ਬਣਾਉਂਦੇ ਸੀ ਅੰਮ੍ਰਿਤਸਰ ਦੇ ਲਾਗੇ ਲਾਗੇ। ਇਹਦੇ ਵਿੱਚੋਂ ਜੇ ਤੁਸੀਂ ਕਰੋਨਾ ਕਾਲ ਦੀ ਰਿਪੋਰਟਸ ਪੜ੍ਹਦੇ ਆ ਉਹਨਾਂ ਦੇ ਦਰਬਾਰ ਦੇ ਵਿੱਚੋਂ, ਅਕਸਰ ਇਹਨਾਂ ਨੂੰ ਚਿੱਠੀਆਂ ਆਉਂਦੀਆਂ ਨਹੀਂ ਸੀ ਬਾਦਸ਼ਾਹ ਦੀਆਂ, ਫਰਾਂਸ ਦੇ ਦੀਆਂ, ਕਿ ਮੈਨੂੰ ਪਸ਼ਮੀਨਾ ਭੇਜੋ। ਉਹ ਜੇ ਕਿਤੇ ਕਿਤੇ ਚਿੱਠੀ ਦਾ ਜ਼ਿਕਰ ਕਰਦਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਵੀ ਮੈਨੂੰ ਇੰਨਾ ਪਸ਼ਮੀਨਾ ਭੇਜੋ, ਇੰਨਾ ਪਸ਼ਮੀਨਾ ਭੇਜੋ। ਇਹ ਮਸ਼ਹੂਰ ਸੀ ਉੱਥੇ ਯੂਰਪ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ। ਸੋ ਜਿਸ ਮਹਾਰਾਜੇ ਨੇ ਪੰਜਾਬ ਦੇ ਲੋਕਾਂ ਨੂੰ 40 ਵਰ੍ਹੇ ਇੱਕ ਤਾਂ ਬਹੁਤ ਵੱਡਾ ਮੁਲਕ ਬਣਾਇਆ ਉਹਨਾਂ ਨੇ, ਕਿੱਥੋਂ ਉੱਠ ਕੇ ਕਿ ਇੱਕ ਛੋਟੀ ਜਿਹੀ ਮਿਸਲ ਦੇ ਸਰਦਾਰ ਸਨ, ਸ਼ੁਕਰ ਚੱਗਿਆ, ਖਾਸ ਤੌਰ ਤੇ ਚਨਾਹ ਤੇ ਜੇਲਮ ਦੇ ਏਰੀਏ ਦੇ ਵਿੱਚ ਫਿਰਦੇ ਹੁੰਦੇ ਸੀ, ਤੇ ਉਹਨਾਂ ਨੇ ਉਸ ਰਾਜ ਦੀ ਨੀਂਹ ਰੱਖੀ ਜਿਹੜਾ ਕਿ ਫਰਾਂਸ ਜਿੱਡਾ ਮੁਲਕ ਸੀ। ਚਲੋ ਸਾਡੇ ਕੋਲ ਮੁੜ ਕੇ ਨਹੀਂ ਰੱਖ ਹੋਇਆ, ਜੁਦੀ ਗੱਲ ਹੈ। ਦੂਸਰੀ ਵੱਡੀ ਗੱਲ ਸੀ ਕਿ ਹਰ ਇੱਕ ਪਾਵਰ ਦੇ ਹੁੰਦਿਆਂ ਹੋਇਆਂ ਵੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਮਹਾਰਾਜ ਸਾਹਿਬ ਦੇ ਸੀਮਾ ਦੇ ਕੋਈ ਅੰਦਰ ਆ ਜਾਵੇ। ਉੱਥੇ ਉਹੀ ਗੱਲ ਹੈ ਕਿ ਚਿੜੀ ਨਹੀਂ ਫੜਕਣ ਦਿੱਤੀ। ਉਸ ਜ਼ਮਾਨੇ ਦੇ ਉਹਨਾਂ 40 ਸਾਲਾਂ ਜੋ ਪੰਜਾਬ ਨੇ ਤਰੱਕੀ ਕੀਤੀ, ਉਹ ਆਪਣੇ ਆਪ ਦੇ ਵਿੱਚ ਸੀਤਾਰਾਮ ਕੋਹਲੀ ਹੁਣੀ ਪੰਜਾਬ ਦੇ ਇਕਨੋਮਿਕ ਹਿਸਟੋਰੀਅਨ ਨੇ ਉਹ, ਤੇ ਉਹਨਾਂ ਨੇ ਉਹ ਕਹਿੰਦੇ ਕਿ ਇੰਨੀ ਤਰੱਕੀ ਪੰਜਾਬ ਨੇ ਕਦੇ ਨਹੀਂ ਕੀਤੀ ਜਿੰਨੀ ਉਹਨਾਂ ਦੇ ਰਾਜ ਦੇ ਵਿੱਚ, ਕਿਉਂਕਿ ਸ਼ਾਂਤੀ ਸੀ। ਪੰਜਾਬੀਆਂ ਨੇ ਦੇਖ ਲਓ ਬਾਹਰ ਵੀ ਜਦੋਂ ਆਏ ਆ ਤੇ ਉਹ ਕਿੰਨੀ ਛੇਤੀ ਕਾਮਯਾਬੀ ਕਰਦੇ ਆ। ਹਾਂਜੀ, ਸਖਤ ਮਿਹਨਤੀ ਆ ਜੀ। ਉਦੋਂ ਵੀ ਇਹਨਾਂ ਨੇ ਪ੍ਰੂਵ ਕਰਤਾ ਕਿ ਚਲੋ ਸਾਡੇ ਤੇ ਹਮਲੇ ਹੁੰਦੇ ਸੀ, ਉਹ ਜੁਦੀ ਗੱਲ ਹੈ, ਪਰ ਜਦੋਂ ਸਾਨੂੰ ਸ਼ਾਂਤੀ ਮਿਲੀ ਆ, ਇਹਦੀ ਇੱਕ ਮਿਸਾਲ ਹੈ ਕਿ ਮਹਾਰਾਜ ਸਾਹਿਬ ਦੇ ਪੋਤੇ ਦਾ ਵਿਆਹ ਸੀ 1838 ਨੌ ਨਿਹਾਲ ਸਿੰਘ ਦਾ।
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਦੀ ਬੇਟੀ ਹੈ। ਅੰਮ੍ਰਿਤਸਰ ਤੋਂ ਅਟਾਰੀ ਪਿੰਡ ਬਹੁਤ ਹੀ ਦੂਰ ਨਹੀਂ ਹੈ। ਤੇ ਉੱਥੇ ਬ੍ਰਿਟਿਸ਼ ਕਮਾਂਡਰ ਇਨ ਚੀਫ ਫਾਨੀ ਤੇ ਉਹਦਾ ADC ਏਡ ਦੇ ਕੈਂਪ, ਉਹ ਲੈਫਟੀਨੈਂਟ ਫਾਨੀ ਆਪਣੀ ਡਾਇਰੀ ਦੇ ਵਿੱਚ ਲਿਖਦਾ, ਇੱਕ ਤਾਂ ਉਹਨੂੰ ਮਹਾਰਾਜਾ ਸ਼ੇਰ ਸਿੰਘ ਜਿਹੜੇ ਸੀ ਉਹ ਬਹੁਤ ਉੱਚੇ ਲੰਮੇ ਜਵਾਨ ਸੀ, ਉਹਨਾਂ ਨੇ ਇੰਨੇ ਹੀਰੇ ਜਵਾਹਰਾਤ ਪਾਏ ਤੇ ਇੰਨੇ ਸੋਹਣੇ ਕੱਪੜੇ ਪਾਏ, ਉਹ ਕਹਿੰਦੇ ਕਿ ਮੈਂ ਜੱਚਦਾ ਬੰਦਾ ਕਦੇ ਦੇਖਿਆ ਹੀ ਨਹੀਂ। ਤਾਂ ਦੂਸਰਾ ਉਹ ਕਹਿੰਦੇ ਕਿ ਜਦੋਂ ਬਰਾਤ ਤੁਰੀ ਆ ਅੰਮ੍ਰਿਤਸਰ ਤੋਂ, ਤੇ ਆਮ ਤੌਰ ਤੇ ਵੈਸੇ ਤਾਂ ਉਹ ਤਾਂ ਲੱਖਾਂ ਬੰਦੇ ਲਿਖਦੇ ਆ, ਮੇਰਾ ਖਿਆਲ ਲੱਖਾਂ ਜਰਾ ਜ਼ਿਆਦਾ ਹੀ ਆ, ਲੈਫਟੀਨੈਂਟ ਫਾਨੀ ਨੇ ਲਿਖਿਆ ਲੱਖਾਂ ਬੰਦੇ ਉੱਥੇ ਬੈਠੇ। ਹਾਂਜੀ, ਪਰ ਉਹ ਮੇਰੇ ਲੱਖਾਂ ਤਾਂ ਨਹੀਂ ਹੋਣੇ ਕਿਉਂਕਿ ਇੰਨੀ ਆਬਾਦੀ ਨਹੀਂ ਸੀ ਹੁੰਦੀ ਉੱਥੇ। ਪਰ ਫਿਰ ਵੀ ਲੋਕੀ ਦੂਰੋਂ ਵੀ ਆ ਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਜਿੱਥੋਂ ਦੀ ਬਰਾਤ ਲੰਘਣੀ ਸੀ ਉੱਥੇ ਖੜੇ। ਉਹ ਕਹਿੰਦਾ ਕਿ ਹੈਰਾਨੀ ਦੀ ਗੱਲ ਇਹ ਆ ਕਿ ਲੋਕੀ ਬਰਾਤ ਦੇ ਵਿੱਚ ਤੁਸੀਂ ਦੇਖਦੇ ਆ ਜਿਹੜਾ ਗਰੂਮ ਹੁੰਦਾ ਉਹ ਤੇ ਨਿਗਾਹ ਹੁੰਦੀ ਹੈ। ਹਾਂਜੀ, ਤੇ ਕਹਿੰਦਾ ਇੱਥੇ ਸਾਰੇ ਲੋਕੀ ਦੇਖਦੇ ਜੀ ਕਿ ਸਾਡੀ ਕਿਤੇ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਟੱਚ ਕਰ ਲਈਏ। ਉਹ ਮਤਲਬ ਇੱਕ ਭਾਵਨਾਤਮਕ ਤੌਰ ਤੇ ਲੋਕੀ ਦੇਖਦੇ ਜੀ ਕਿ ਜਿਸ ਬੰਦੇ ਨੇ ਸਾਨੂੰ 40 ਸਾਲ ਇੰਨੀ ਸੁਰੱਖਿਆ ਦਿੱਤੀ ਹੈ, ਜਿਸ ਬੰਦੇ ਨੇ ਸਾਡੇ ਲਈ ਸਭ ਕੁਝ ਕੀਤਾ ਹੈ, ਇੱਥੇ ਚਿੜੀ ਨਹੀਂ ਫੜਕਣ ਦਿੰਦਾ, ਇਹ ਬੰਦਾ ਹੈ ਕੌਣ ਹੈ? ਇੱਕ ਰਵਾਇਤ ਤੁਰ ਪਈ ਪੰਜਾਬ ਦੇ ਵਿੱਚ, ਉਹ ਕਹਿੰਦੇ ਹੁੰਦੇ ਜਿੱਦਾਂ ਮਾਈਥੋਲੋਜੀ ਨਹੀਂ ਚੱਲ ਜਾਂਦੀ ਕਿ ਮਿਥ। ਹਾਂਜੀ, ਕਈ ਵਾਰ ਇੱਕ ਮਿਥ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਕਿ ਮਹਾਰਾਜ ਸਾਹਿਬ ਜਿਸ ਚੀਜ਼ ਨੂੰ ਹੱਥ ਲਾ ਲੈਣ ਤਾਂ ਉਹਦਾ ਸੋਨਾ ਬਣ ਜਾਂਦਾ। ਹਾਂਜੀ, ਮਹਾਰਾਜ ਸਾਹਿਬ ਲਾਹੌਰ ਦੇ ਵਿੱਚ ਕਈ ਵਾਰ ਤੁਰ ਕੇ ਜਾਂਦੇ ਹੁੰਦੇ ਸੀ ਦੇਖਣ ਵੀ ਲੋਕੀ ਕਿੱਦਾਂ ਰਹਿੰਦੇ ਆ, ਨਾਲ ਆਬਵੀਅਸਲੀ ਇਹਨਾਂ ਦੇ ਸਿਕਿਉਰਿਟੀ ਗਾਰਡ ਵਗੈਰਾ ਹੋਣੇ ਆ ਇਹਨਾਂ ਦੇ। ਤਾਂ ਉਹ ਇੰਤਰਾਜ ਜਾ ਰਿਹਾ ਤੇ ਇੱਕ ਛੋਟੀ ਗਲੀ ਦੇ ਵਿੱਚ ਇੱਕ ਕੋਈ ਔਰਤ ਭਾਂਡੇ ਮਾਂਜ ਰਹੀ ਸੀ, ਉਹਦੇ ਹੱਥ 'ਚ ਕੋਈ ਪਤੀਲਾ, ਪਿੱਤਲ ਦਾ ਪਤੀਲਾ ਸੀ ਹੱਥ। ਉਹ ਮਾਂਜਦੀ ਬਾਹਰ ਨੂੰ ਉੱਠੀ, ਜਦੋਂ ਪਤਾ ਲੱਗਾ ਮਹਾਰਾਜ ਘਰ ਦੇ ਮੋਹਰ ਦੀ ਲੰਘਣ ਲੱਗੇ ਤਾਂ ਉਹਨੇ ਜਾ ਕੇ ਤਾਂ ਮਹਾਰਾਜ ਦੇ ਉਹ ਫਟਾਫਟ ਕੱਪੜਿਆਂ ਨੂੰ ਲਾਤਾ। ਉਹਦੇ ਨਾਲ ਸਵਾਲ ਲੱਗੀ ਸੀ ਆਬਵੀਅਸਲੀ। ਹਾਂਜੀ, ਉਹ ਮੈਲੇ ਹੋ ਗਏ ਤੇ ਉਹ ਇੱਕਦਮ ਸਿਕਿਉਰਿਟੀ ਵਾਲੇ ਉਹਨਾਂ ਦੇ ਬੰਦੇ ਉਹਨਾਂ ਨੇ ਫੜ ਲਿਆ ਔਰਤ ਨੂੰ। ਤੇ ਮਹਾਰਾਜ ਸਾਹਿਬ ਕਹਿੰਦੇ ਨਹੀਂ ਮਾਤਾ ਜੀ ਹੈ, ਇਹਨਾਂ ਨੂੰ ਛੱਡੋ। ਉਹਨਾਂ ਨੇ ਪੁੱਛਿਆ ਮਾਤਾ ਜੀ ਮੇਰੇ ਕੋਲ ਕੀ ਗਲਤੀ ਹੋਈ, ਤੁਸੀਂ ਮੇਰੇ ਤੇ ਸਵਾਹ ਮਲਤੀ? ਉਹ ਕਹਿੰਦੀ ਵੀ ਪੁੱਤ ਮੈਂ ਤਾਂ ਸੁਣਿਆ ਸੀ ਵੀ ਰਣਜੀਤ ਸਿੰਘ ਨੂੰ ਕੋਈ ਵੀ ਚੀਜ਼ ਲਾ ਦਿਓ ਤਾਂ ਸੋਨਾ ਬਣ ਜਾਂਦੀ ਹੈ। ਉਹ ਕਹਿੰਦੇ ਮਹਾਰਾਜ ਕਹਿੰਦੇ ਇਹ ਗੱਲ ਮਾਤਾ ਜੀ ਗਲਤ ਆ, ਮਾਈਥੋਲੋਜੀ ਆ ਇਹ, ਪਰ ਤੇਰਾ ਜ਼ਰੂਰ ਸੋਨਾ ਬਣ ਗਿਆ। ਉਹਨਾਂ ਨੇ ਆਪਣੇ ਨਾਲ ਦੇ ਦਰਬਾਰੀਆਂ ਨੂੰ ਕਿਹਾ ਕਿ ਇਹਨਾਂ ਦੇ ਜਿੰਨੇ ਵੀ ਸੋਨੇ ਦੀਆਂ ਅਸ਼ਰਵੀਆਂ ਇਹਦੇ ਪਤੀਲੇ 'ਚ ਪੈਂਦੀਆਂ ਉਨੀਆਂ ਇਹਨਾਂ ਨੂੰ ਦੇ ਦਿਓ। ਹਾਂਜੀ, ਉਹਦਾ ਤਾਂ ਸੋਨਾ ਬਣ ਗਿਆ ਨਾ। ਇਦਾਂ ਦੀ ਮਾਈਥੋਲੋਜੀ ਵੀ ਬਣਦੀ ਸੀ। ਹਾਂਜੀ, ਕਿਉਂਕਿ ਜਿਸ ਬੰਦੇ ਨੇ ਉਹ ਮਹਾਨਤਾ ਹਾਸਲ ਕੀਤੀ ਹੋਵੇ ਨਾ, ਇੱਕ ਉਹ ਦੇਸ਼ ਜਿਹੜਾ ਟੁੱਟਿਆ ਫੁੱਟਿਆ ਫਿਰਦਾ ਹੈ ਉਹਨੂੰ ਏਕਤਾ ਲਿਆਉਣੀ ਐਡੀ ਵੱਡੀ ਕਦੇ ਕਿਸੇ ਨੇ, ਜੇ ਵੈਸਟਰਨਾਈਜ਼ ਉਸ ਵੇਲੇ ਆਰਮੀ ਸੀ ਕਿਸੇ ਦੇ ਕੋਲ ਤਾਂ ਮਹਾਰਾਜ ਸਾਹਿਬ ਦੇ ਕੋਲ ਸੀ। ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਤਕੜੀ ਫੋਰਸ ਸੀ। ਉਹਨਾਂ ਨੂੰ ਜੇ ਯੂਰਪੀਅਨ ਤਰੀਕੇ ਦੇ ਨਾਲ ਜਿਨ੍ਹਾਂ ਨੇ ਕਮਾਂਡ ਟ੍ਰੇਨ ਕੀਤਾ ਸੀ, ਉਹ ਸਭ ਤੋਂ ਪਹਿਲੇ ਸੀ ਨੈਪੋਲੀਅਨ ਦੇ ਆਪਣੇ ਜਿੰਨੇ ਅਫਸਰ ਛੱਡ ਕੇ ਨੈਪੋਲੀਅਨ ਦੀ ਆਰਮੀ 'ਚੋਂ ਆਏ ਸੀ, ਉਹਨਾਂ ਨੇ ਆ ਕੇ ਫੌਜੇ ਖਾਸ ਇੱਕ ਸ਼ੁਰੂ ਕੀਤੀ। ਪਹਿਲਾਂ ਉਹਨਾਂ ਨੇ ਟ੍ਰੇਨਿੰਗ ਦੀ ਗੱਲ ਕਰਦੇ ਅਸੀਂ ਕਿ ਪਹਿਲਾਂ ਜੋ ਟੈਸਟ ਕਰਨ ਲੱਗੇ ਸੀ ਮਹਾਰਾਜ ਸਾਹਿਬ ਨੇ ਇੱਕ ਕੰਪਨੀ ਆਪਣੇ ਸੋਲਜਰਸ ਦੀ ਦਿੱਤੀ ਉਹਨਾਂ ਨੂੰ, ਜਨਰਲ ਦਾ ਅਲੇਅਰਡ ਨੂੰ ਤੇ ਜਨਰਲ ਵੈਂਚੂਰਾ ਨੂੰ। ਉਹ ਕਹਿੰਦੇ ਕਿ ਇਹਨਾਂ ਨੂੰ ਜੋ ਕੁਝ ਸਿੱਖਣਾ ਸੀ ਇਹਨਾਂ ਬੰਦਿਆਂ ਨੇ ਸਿੱਖ ਲਿਆ, ਸਾਨੂੰ ਤੁਸੀਂ ਨਵੇਂ ਫੌਜੀ ਦਿਓ। ਉਹਨਾਂ ਨੇ ਫਿਰ ਨਵੇਂ ਫੌਜੀ ਦਿੱਤੇ, ਉਹਨਾਂ ਨੂੰ ਟ੍ਰੇਨ ਕੀਤਾ। ਤੇ ਜਦੋਂ ਮਹਾਰਾਜ 1839 ਤਾਈਂ ਮਹਾਰਾਜ ਸਾਹਿਬ ਦੇ ਕੋਲ ਉਹ ਫੌਜ ਸੀ ਤੇ ਔਰ ਉਹਨਾਂ ਹਥਿਆਰਾਂ ਦੇ ਨਾਲ ਲੈਸ ਸੀ, ਕਿਉਂਕਿ ਜਿਹੜੀ ਇੱਕ ਤੋਪਖਾਨਾ ਸੀ, ਆਰਟਿਲਰੀ ਬਣਾਉਂਦੇ ਸੀ,
ਇੱਥੇ ਲਾਹੌਰ ਦੇ ਵਿੱਚ। ਉਹਦਾ ਜਿਹੜਾ ਬਰੂਦ ਪਾਉਂਦੇ ਸੀ, ਦੁਨੀਆ ਦਾ ਇੱਕ ਮਹਾਨ ਕੈਮਿਸਟ ਸੀ ਡਾਕਟਰ ਮਾਰਟਨ ਹਾਲੰਗ ਬਰਗਰ। ਉਹ ਸੀ ਆਸਟਰੀਆ ਦਾ ਰਹਿਣ ਵਾਲਾ। ਵੈਸੇ ਉੱਦਾਂ ਆਸਟਰੋ ਹੰਗੇਰੀਅਨ ਅੰਪਾਇਰ ਕਰਕੇ ਕਈ ਲੋਕ ਹੰਗਰੀ ਦਾ ਵੀ ਸਮਝਦੇ ਹਨ, ਵੈਸੇ ਆਸਟਰੀਆ ਦਾ ਸੀ, ਜਰਮਨ ਬੈਕਗਰਾਊਂਡ ਦਾ। ਅਤੇ ਉਹ ਬਰੂਦ ਬਣਾਉਂਦਾ ਹੁੰਦਾ ਸੀ ਉਸ ਫੈਕਟਰੀ ਦੇ ਵਿੱਚ। ਕੈਮੀਕਲ ਐਕਸਪਰਟੀਜ਼ ਸੀ ਉਹਦੇ ਕੋਲ, ਅਤੇ ਉਹ ਮਹਾਰਾਜ ਸਾਹਿਬ ਦੀ ਸ਼ਰਾਬ ਵੀ ਬਣਾਉਂਦਾ ਹੁੰਦਾ ਸੀ। ਉੱਥੇ ਗਵਰਨਰ ਜਨਰਲ ਦੀ ਭੈਣ ਐਮਲੀ ਆਈ ਅਤੇ ਉਹਨੇ ਦੇਖਿਆ ਕਿ ਜਿਹੜੀ ਉਹਨਾਂ ਦੀ ਸ਼ਰਾਬ ਸੀ, ਉਹ ਕਹਿੰਦੀ ਕਿ ਇੰਨੀ ਤਿੱਖੀ ਸੀ, ਮੇਰੇ ਬੁੱਲ੍ਹਾਂ ਦੇ ਅੰਦਰ ਨਹੀਂ ਗਈ। ਕਹਿੰਦੀ ਮੈਂ ਡੋਲ ਦਿੱਤੀ ਇੱਕ ਪਾਸੇ ਨੂੰ ਦੇਖੀ। ਕਹਿੰਦੀ ਉਹਨੇ ਦੇਖ ਕੇ ਸ਼ਾਇਦ ਪਤਾ ਲੱਗ ਗਿਆ ਹੋਣਾ, ਪਰ ਉਹਨੇ ਮੈਨੂੰ ਕਦੇ ਕੁਛ ਕਿਹਾ ਨਹੀਂ। ਕਹਿੰਦੀ ਮੇਰੇ ਬੁੱਲ ਸਾੜ ਦਿੱਤੇ। ਅੱਛਾ, ਇਸ ਤੇ ਜਿਹੜੀ ਲਾਹੌਰ ਦੇ ਵਿੱਚ ਆਰਟਿਲਰੀ ਦੀ ਸ਼ਾਪ ਸੀ, ਸਭ ਤੋਂ ਵੱਡੀ ਸੀ। ਕੋਈ ਵੀ ਯੂਰਪੀਅਨ ਸਟੈਂਡਰਡ ਦੇ ਨਾਲ, ਸੀਤਾਰਾਮ ਕੋਹਲੀ ਹੁਣ ਕਹਿੰਦੇ ਕਿ ਜੇ ਕੋਈ ਯੂਰਪੀਅਨ ਸਟੈਂਡਰਡ ਦੀ ਆਰਟਿਲਰੀ ਬਣਾਉਣ ਵਾਲੀ ਫੈਕਟਰੀ ਸੀ ਉਸ ਜ਼ਮਾਨੇ ਦੇ ਵਿੱਚ, ਤਾਂ ਉਹਦੇ ਤੋਂ ਲਾਹੌਰ ਵਾਲੀ ਫੈਕਟਰੀ ਰੱਤੀ ਭਰ ਵੀ ਕੰਮ ਨਹੀਂ ਸੀ। ਜੇ ਤੁਸੀਂ ਉਹਨਾਂ ਦੀ ਫੌਜ ਵੱਲ ਦੇਖਦੇ ਤਾਂ ਫਿਰ ਫੌਜ ਤੋਂ ਬਾਅਦ ਸਿਵਿਲੀਅਨਸ ਨੂੰ ਦੇਖਦੇ ਆ। ਉਹਨਾਂ ਨੇ ਐਸਟੀਮੇਟ ਲਾਇਆ, ਉਹਨਾਂ ਨੇ ਇਕਨੋਮਿਕ ਹਿਸਟੋਰੀਅਨ ਸੀ, ਉਹ ਕਹਿੰਦੇ ਕੋਈ 80,000 ਬੰਦਾ ਉਹਨਾਂ ਲਈ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਵੇਲੇ ਕੰਮ ਕਰਦਾ ਸੀ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਸੋ ਫਿਰ ਉਹਨਾਂ ਨੇ ਇੱਕ ਗੱਲ ਕੀਤੀ, ਤੁਸੀਂ ਜੇ ਦੁਨੀਆ ਭਰ ਦੀਆਂ, ਇਹ ਕਹਿੰਦੇ ਹੁੰਦੇ ਨਾ ਨਾਈਜੀਰੀਆ ਵਾਲਿਆਂ ਦੀ ਇੱਕ ਕਹਾਵਤ ਹੈ ਕਿ ਸ਼ੇਰਾਂ ਦੇ ਕਿੱਸੇ ਉਹਨਾਂ ਚਿਰ ਨਹੀਂ ਲਿਖੇ ਜਾਣੇ ਜਿੰਨਾ ਚਿਰ ਇਤਿਹਾਸਕਾਰ ਸ਼ਿਕਾਰੀਆਂ ਦੇ ਆ। ਜੀ, ਦੁਨੀਆ ਨੂੰ ਦੱਸਣ ਵਾਲਾ ਕੋਈ ਹੈ ਹੀ ਨਹੀਂ ਸੀ। 1947 ਤੋਂ ਬਾਅਦ ਥੋੜ੍ਹੀ ਜਿਹੀ ਰਿਸਰਚ ਸ਼ੁਰੂ ਹੋਈ ਹੈ, ਜਿਹੜੀ ਅੱਜ ਕੱਲ੍ਹ ਜ਼ਰੂਰ ਮਿਲਦੀ ਹੈ। ਜੇ ਤੁਸੀਂ ਕੈਪੀਟਲ ਪਨਿਸ਼ਮੈਂਟ, ਜਿਹਨੂੰ ਸਜ਼ਾਏ ਮੌਤ ਕਹਿੰਦੇ ਆ, ਉਹਦੀ ਹਿਸਟਰੀ ਪੜ੍ਹੋ ਨਾ। ਉਹਦੀ ਹਿਸਟਰੀ 'ਚ ਤੁਸੀਂ ਇੱਕ ਸਵਾਲ ਕਰੋ ਸਾਰਿਆਂ ਨੂੰ, ਕ੍ਰਿਮੀਨੋਲੋਜਿਸਟ ਨੂੰ ਜਿਹੜੇ ਪੜ੍ਹਦੇ ਆ, ਪੜ੍ਹਾਉਂਦੇ ਆ, ਹੁਣ ਕਹੋ ਵੀ ਕੈਪੀਟਲ ਪਨਿਸ਼ਮੈਂਟ ਕਿਹਨੇ ਖਤਮ ਕੀਤੀ, ਸਜ਼ਾਏ ਮੌਤ। ਸਭ ਤੋਂ ਪਹਿਲਾਂ 1863 'ਚ ਵੈਨਜ਼ੂਏਲਾ ਦਾ ਨਾਂ ਲੈਣਗੇ ਉਹ। ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ ਆਉਂਦਿਆਂ ਹੀ ਸਜ਼ਾਏ ਮੌਤ ਖਤਮ ਕੀਤੀ ਸੀ। ਸਭ ਤੋਂ ਪਹਿਲਾ ਦੁਨੀਆ ਦਾ ਮਾਡਰਨ ਜਿਹੜੀ ਮੁਲਕ ਆ। ਇੱਕ ਵਾਰ ਸ਼ਾਇਦ ਥੋੜ੍ਹੀ ਦੇਰ ਉਹਨਾਂ ਰਾਜਿਆਂ ਨੇ ਕੰਮ ਰੂਲ ਕੀਤਾ। ਉਹਨਾਂ ਦੀ ਜ਼ਿਕਰ ਕਰਦੇ ਹੁੰਦੇ ਕਿ 8ਵੀਂ ਸਦੀ ਦੇ ਵਿੱਚ ਜਾਪਾਨ ਦੇ ਵਿੱਚ ਤੇ ਚਾਈਨਾ ਦੇ ਵਿੱਚ ਉਹਨਾਂ ਨੇ ਸਜ਼ਾਏ ਮੌਤ ਖਤਮ ਕੀਤੀ ਸੀ। ਥੋੜ੍ਹਾ ਸਮਾਂ, ਪਰ ਸਭ ਤੋਂ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਸਟੇਟ ਵੱਲੋਂ ਇੱਕ ਕੈਪੀਟਲ ਪਨਿਸ਼ਮੈਂਟ ਜਿਹੜੀ ਖੱਜ ਵੀ ਖਤਮ ਕਰਨ ਲਈ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਚੱਲਦੀ ਹੈ। ਹਿਊਮਨ ਰਾਈਟਸ ਕਮਿਸ਼ਨ, ਯੂਨਾਈਟਿਡ ਨੇਸ਼ਨਸ ਵੱਖ-ਵੱਖ ਮੁਲਕਾਂ ਨੂੰ ਅਪੀਲ ਕਰਦੇ ਆ ਕਿ ਸਜ਼ਾਏ ਮੌਤ ਖਤਮ ਕਰੋ। ਹਾਂਜੀ, ਅਮਰੀਕਾ ਵਾਲਿਆਂ ਦੇ ਕੋਲ ਹੈ, ਰਸ਼ੀਆ ਵਾਲਿਆਂ ਦੇ ਕੋਲ ਹੈ, ਚਾਈਨਾ ਵਾਲਿਆਂ ਕੋਲ ਹੈ, ਇੰਡੀਆ 'ਚ ਵੀ ਅਸੀਂ ਫਾਂਸੀ ਦਿੰਦੇ ਹਾਂ। ਪਰ ਦੇਖੋ ਕਿ ਉਹ 1799 ਦੇ ਵਿੱਚ ਪਾਵਰ 'ਚ ਆਏ ਹੈ। 1799 ਦੇ ਵਿੱਚ ਉਹ ਕੈਪੀਟਲ ਪਨਿਸ਼ਮੈਂਟ, ਤੁਸੀਂ ਬੱਚਿਆਂ ਨੂੰ ਜ਼ਰੂਰ ਦੱਸਿਓ, ਕਿਉਂਕਿ ਬੱਚੇ ਕੈਪੀਟਲ ਪਨਿਸ਼ਮੈਂਟ ਤੇ ਐਸੇ ਲਿਖਦੇ ਹੁੰਦੇ ਆ। ਸਭ ਤੋਂ ਪਹਿਲੇ ਸਾਡੇ ਮਹਾਰਾਜ ਸਾਹਿਬ ਸਨ, ਕੋਈ ਬੰਦਾ ਨਹੀਂ। ਉਹਨਾਂ ਨੇ, ਇੱਕ ਬੰਦੇ ਨੇ ਲਿਖਿਆ, ਉਹ ਕਹਿੰਦਾ ਹੈਰਾਨੀ ਦੀ ਗੱਲ ਹੈ ਕਿ ਇਹ ਬੰਦੇ ਨੇ ਕੋਈ ਬੰਦਾ ਹੀ ਨਹੀਂ ਮਾਰਿਆ। ਜਿਹੜਾ ਵੀ ਬੰਦਾ ਕੋਈ ਪਨਿਸ਼ਮੈਂਟ ਤਾਂ ਦਿੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਕਈ ਪਨਿਸ਼ਮੈਂਟ ਤਾਂ ਸਖਤ ਵੀ ਸੀ, ਪਰ ਉਹਦੇ ਵਿੱਚ ਸਜ਼ਾਏ ਮੌਤ ਹੈ ਨਹੀਂ ਸੀ। ਇਹ ਇੱਕ ਬਹੁਤ ਵੱਡੀ ਦੇਣ ਸੀ ਉਹਨਾਂ ਦੀ। ਹਾਂਜੀ। ਦੂਸਰੀ ਗੱਲ ਉਹਨਾਂ ਦੀ ਇੱਕ ਗੱਲ ਸੀ ਕਿ ਜਦੋਂ ਵੀ ਕਿਸੇ ਤੇ ਹਮਲਾ ਕਰਦੇ ਹੁੰਦੇ ਸੀ, ਉਹਨੂੰ ਹਰਾਉਣ ਤੋਂ ਬਾਅਦ ਹਮੇਸ਼ਾ ਹੀ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਸੀ ਕਿ ਜੇ ਤੂੰ ਹਥਿਆਰ ਸਿੱਟਣੇ ਆ ਤਾਂ ਫਿਰ ਤੈਨੂੰ ਅਸੀਂ ਜ਼ਮੀਨ ਦਿੰਦੇ ਆ, ਤਾਂ ਕਿ ਤੂੰ ਆਪਣੇ ਗੁਜ਼ਾਰੇ ਦੇ ਨਾਲ ਆਪਣੀ ਜ਼ਿੰਦਗੀ ਆਰਾਮ ਦੇ ਨਾਲ ਜੀ ਸਕੇ। ਸੋ ਬਹੁਤੇ ਬੰਦੇ ਜਿਹੜੇ ਉਹਨਾਂ ਨੇ ਹਰਾਏ ਆ, ਉਹਨਾਂ ਦੇ ਰਾਜ ਦੇ ਵਿੱਚ ਹੀ ਉਹ ਛੋਟੇ ਸਰਦਾਰ ਵੀ ਰਹੇ ਆ, ਰਾਜੇ ਵੀ ਰਹੇ ਆ। ਇਸ ਗੱਲ ਤੇ ਰਹੇ ਆ ਕਿ ਉਹਨਾਂ ਨੇ ਹਾਰ ਮੰਨ ਲਈ। ਜਿਹੜੇ ਲੜਾਈ ਦੇ ਵਿੱਚ ਜਿਨ੍ਹਾਂ ਨੇ ਨਹੀਂ ਹਾਰ ਮੰਨੀ, ਜਿਹੜੇ
ਕਹਿੰਦੇ ਸੀ ਅਸੀਂ ਤੁਹਾਡੇ ਨੂੰ ਹਰਾ ਕੇ ਹਟਣਾ, ਉਹਨਾਂ ਦੇ ਨਾਲ ਫਿਰ ਉਦਾਂ ਦੇ ਮਰੇ ਵੀ ਉਹ। ਹਾਂਜੀ। ਪਰ ਜਿਨ੍ਹਾਂ ਨੇ ਹਾਰ ਮੰਨ ਲਈ ਉਹਨਾਂ ਨੂੰ, ਉਹਨਾਂ ਦਾ ਇੰਨਾ ਵੱਡਾ ਦਿਲ ਸੀ। ਫਿਰ ਉਹਨਾਂ ਦੀ ਇੱਕ ਗੱਲ ਤੁਸੀਂ ਦੇਖੋ ਕਿ ਭਗਵੰਤ ਮਾਨ ਦੀ ਜੇ ਹਰ ਰੋਜ਼ ਫੋਟੋ ਨਾ ਆਵੇ ਤਾਂ ਮੇਰਾ ਖਿਆਲ ਨੀਂਦ ਨਹੀਂ ਆਉਂਦੀ ਇਹਨਾਂ ਨੂੰ। ਵੈਸੇ ਤਾਂ ਮੇਰਾ ਪਾਗਲਪਣ ਆ ਵੀ ਮੈਂ ਉਹਨਾਂ ਨੂੰ ਇਹ ਨਾਲ ਕੰਪੇਅਰ ਕਰਨ ਲੱਗਾ ਹਾਂ। ਮੈਂ ਲੀਡਰਾਂ ਦੀ ਗੱਲ ਕਰਦਾ ਹੁੰਦਾ ਇੱਥੇ। ਅੱਜ ਮਾਡਰਨ ਲੀਡਰ ਨੂੰ ਨੀਂਦ ਨਹੀਂ ਆਉਂਦੀ ਵੀ ਉਹਨਾਂ ਦਾ ਸਾਡਾ ਅਖਬਾਰ 'ਚ ਨਾ ਆਵੇ, ਸਾਡੇ ਨਾਂ ਤੇ ਬੁੱਤ ਹੋਵੇ। ਮਹਾਰਾਜਾ ਰਣਜੀਤ ਸਿੰਘ ਨੇ ਕੋਈ ਆਪਣੇ ਨਾਂ ਤੇ ਕਿਸੇ ਵੀ ਜਗ੍ਹਾ ਤੇ ਬੁੱਤ ਨਹੀਂ ਬਣ ਦਿੱਤਾ। ਜਿੰਨੇ ਉਹਨਾਂ ਨੇ ਸਿੱਕਾ ਚਲਾਇਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਹਾਂਜੀ, ਨਾਨਕ ਸ਼ਾਹੀ ਸਿੱਕਾ, ਉਹਨਾਂ ਸਿੱਕਿਆਂ ਦੇ ਵਿੱਚੋਂ ਇੱਕ ਸਿੱਕਾ ਲੱਭਦਾ ਜਿੱਥੇ ਮਹਾਰਾਜ ਸਾਹਿਬ ਗੋਡਿਆਂ ਭਾਰ ਹੱਥ ਜੋੜ ਕੇ ਖੜੇ ਆ, ਬੈਠੇ ਆ, ਤੇ ਮੋਹਰੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੈ, ਸਿਰਫ ਇੱਕ। ਇਹ ਤੋਂ ਇਲਾਵਾ ਤੁਹਾਨੂੰ ਉਹਨਾਂ ਦਾ ਕੋਈ ਚੀਜ਼ ਇਦਾਂ ਦੀ ਨਹੀਂ ਲੱਭਣੀ ਜੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਹੋਵੇ। ਫਿਰ ਉਹਨਾਂ ਨੇ ਜਦੋਂ ਤਾਜਪੋਸ਼ੀ ਵੀ ਕੀਤੀ ਆ, ਹਾਂ, ਉਹਨਾਂ ਦੇ ਕੋਲ ਜਿਹੜੀ ਇੱਕ ਖਾਸ ਕੁਰਸੀ ਜਿਹੜੀ ਬਾਦਸ਼ਾਹ ਨੂੰ ਮਿਲਦੀ ਹੁੰਦੀ ਆ ਉਹ ਰੱਖੀ ਸੀ, ਪਰ ਬਹਿੰਦੇ ਹੁੰਦੇ ਸੀ ਉਹ ਦਰਬਾਰ ਦੇ ਵਿੱਚ ਦੂਸਰੇ ਦਰਬਾਰੀਆਂ ਦੇ ਬਿਲਕੁਲ ਨਾਲ। ਉਹਨਾਂ ਦੇ ਪਿੱਛੇ ਢੋਲ ਲੱਗਾ ਹੁੰਦਾ ਸੀ ਜਿੱਦਾਂ ਆਪਣੇ ਰਜਾਈਆਂ ਰੱਖੀਆਂ ਹੁੰਦੀਆਂ। ਹਾਂਜੀ। ਤੇ ਬੜਾ ਸ਼ਾਨਦਾਰ ਦਰਬਾਰ ਸੀ। ਇੱਕ ਇੰਗਲੈਂਡ ਦੇ ਬਾਦਸ਼ਾਹ ਦਾ ਸੁਨੇਹਾ ਲੈ ਕੇ ਲੈਫਟੀਨੈਂਟ ਆਇਆ, ਉਹਨੇ ਘੋੜਾ ਗੱਡੀ ਦੇਣੀ ਸੀ ਗਿਫਟ, ਤੇ ਨਾਲ ਘੋੜੇ ਲੈ ਕੇ ਆਇਆ ਸੀ। ਉਹ ਕਹਿੰਦਾ ਵੀ ਮੈਂ ਬਾਕੀ ਜਗ੍ਹਾ ਤੇ ਵੀ ਗਿਆ ਪਰ ਇੰਨਾ ਸ਼ਾਨਦਾਰ ਦਰਬਾਰ ਮੈਂ ਨਹੀਂ ਦੇਖਿਆ। ਪਰ ਨਾਲ ਦੀ ਨਾਲ ਹੀ ਉਹ ਫੇਰ ਲਿਖਦਾ, ਕਹਿੰਦਾ ਕਿ ਉਸ ਦਰਬਾਰ ਦੇ ਵਿੱਚ ਸ਼ਾਨ ਵੀ ਬਹੁਤ ਸੀ, ਪਰ ਉਹ ਭੀੜ, ਲੋਕੀ ਕਹਿੰਦਾ ਇੰਨੇ ਫਿਰਦੇ ਸੀ ਉੱਥੇ ਬਹੁਤ ਜ਼ਿਆਦਾ, ਔਰ ਉਹ ਏਦਾਂ ਲੱਗਦਾ ਜਿੱਦਾਂ ਭੀੜਾ ਬਾਜ਼ਾਰ ਹੁੰਦਾ। ਪਰ ਇੰਨੇ ਬੰਦਿਆਂ ਦੇ ਬਾਵਜੂਦ ਵੀ ਉਹ ਕਹਿੰਦਾ ਜਦੋਂ ਬੁੱਢਾ ਸ਼ੇਰ ਬੋਲਦਾ ਸੀ ਨਾ, ਉਦੋਂ ਮਹਾਰਾਜ ਸਾਹਿਬ ਥੋੜ੍ਹੀ ਜਿਹੀ, ਹੁਣ ਅੱਜ ਕੱਲ੍ਹ ਦੇ ਹਿਸਾਬ ਨਾਲ ਤਾਂ ਕੁਛ ਵੀ ਨਹੀਂ ਸੀ ਉਹਨਾਂ ਦੀ, ਹੀ ਵਾਜ਼ ਓਨਲੀ 58 ਸਾਲ ਦੇ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਜੀ। ਤੇ ਉਦੋਂ ਕੋਈ ਚਿੱਟੀ ਦਾੜੀ ਦੇਖ ਕੇ ਕਹਿੰਦਾ ਸੀ ਬੁੱਢਾ ਸ਼ੇਰ, ਕਹਿੰਦਾ ਜੋ ਬੁੱਢਾ ਸ਼ੇਰ ਬੋਲਦਾ ਸੀ ਨਾ, ਸਾਰੇ ਚ ਪਿਨ ਡ੍ਰੌਪ ਸਾਇਲੈਂਸ ਹੁੰਦੀ ਸੀ। ਕਹਿੰਦੇ ਸਾਰੇ ਲੋਕੀ ਧਿਆਨ ਨਾਲ ਉਹਨਾਂ ਨੂੰ ਸੁਣਦੇ ਹੁੰਦੇ ਸੀ। ਤਾਂ ਫਿਰ ਉਹਨਾਂ ਨੇ ਦੇਖਿਆ ਕਿ ਇਹ ਇੱਕ ਪਹਿਲਾ ਦਰਬਾਰ ਹੈ ਕਿ ਜਿੱਥੇ ਉਹ ਬੱਚੇ ਫਿਰਦੇ ਆ ਜਿਨ੍ਹਾਂ ਦੇ ਆਪਣੇ ਕੀ ਕਹਿੰਦੇ ਪੋਤੜੇ ਲਾਏ, ਡਾਈਪਰ ਇਹਨਾਂ ਨੂੰ ਪੰਜਾਬੀ ਦੇ ਵਿੱਚ, ਹਾਂਜੀ, ਪੋਤੜੇ ਲਾਏ। ਉਹ ਛੋਟੇ ਛੋਟੇ ਬੱਚੇ ਵੀ ਦਰਬਾਰ ਦੇ ਵਿੱਚ ਫਿਰਦੇ ਹੁੰਦੇ ਸੀ। ਦਰਬਾਰ ਦੇ ਵਿੱਚ ਵੈਸੇ ਆਉਣ ਨਹੀਂ ਦਿੰਦੇ ਕਿਸੇ ਨੂੰ। ਮਹਾਰਾਜ ਸਾਹਿਬ ਨੂੰ ਇੰਨਾ ਸ਼ੌਕ ਹੁੰਦਾ ਸੀ, ਉਹ ਕਹਿੰਦੇ ਸੀ ਦਰਬਾਰੀਆਂ ਨੂੰ ਵੀ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ। ਖਾਸ ਤੌਰ ਤੇ ਜਿਹੜੇ ਬੱਚੇ ਉਹਨਾਂ ਨੂੰ ਸੋਹਣੇ ਲੱਗਦੇ ਹੁੰਦੇ ਸੀ, ਧਿਆਨ ਸਿੰਘ ਦਾ ਬੇਟਾ ਹਰੀ ਸਿੰਘ ਹੁੰਦਾ ਸੀ, ਉਹ ਹਰੀ ਸਿੰਘ ਤਕਰੀਬਨ ਹਰ ਰੋਜ਼ ਤਕਰੀਬਨ ਦਰਬਾਰ ਦੇ ਵਿੱਚ ਆਉਂਦਾ ਹੁੰਦਾ ਸੀ। ਇਹ ਉਹਨਾਂ ਦੀ ਵਿਲੱਖਣਤਾ ਸੀ। ਅੱਛਾ, ਫਿਰ ਉਹਨਾਂ ਨੇ ਹਰ ਇੱਕ ਫੈਸਲਾ ਜਿਹੜਾ ਕਰਨਾ ਇੱਕ ਸਿੱਖ ਦੇ ਤੌਰ ਤੇ, ਉਹਨਾਂ ਦਾ ਪੂਰਾ ਵਿਸ਼ਵਾਸ ਸੀ ਕਿ ਮਹਾਰਾਜ ਮੈਨੂੰ ਜੋ ਵੀ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ ਉਹਨੂੰ ਗਾਈਡੈਂਸ ਮਿਲਣੀ ਹੈ, ਮੇਰੇ ਗੁਰੂ ਨੇ ਜਿਹੜੀ ਗਾਈਡੈਂਸ ਦੇਣੀ ਉਹ ਗਲਤ ਨਹੀਂ ਹੋਣੀ। ਸੋ ਜਿਹੜਾ ਵੀ ਫੈਸਲਾ ਕਰਦੇ ਹੁੰਦੇ ਸੀ, ਵੱਡਾ ਫੈਸਲਾ, ਜਦੋਂ ਵੀ ਲੜਾਈ ਲੱਗਣੀ ਤਾਂ ਉਹਨਾਂ ਨੇ 2 ਪਰਚੀਆਂ ਮਹਾਰਾਜ ਦੇ ਮੂਹਰੇ ਪਾਉਣੀਆਂ, ਘਰ ਰੱਖਿਆ ਹੁੰਦਾ ਸੀ। ਲੜਾਈ ਕਰਨੀ ਚਾਹੀਦੀ ਜਾਂ ਲੜਾਈ ਨਹੀਂ ਕਰਨੀ ਚਾਹੀਦੀ, ਸਿੱਟ ਕੇ ਅਰਦਾਸ ਕਰਨੀ, ਤਾਂ ਉਹਨਾਂ 'ਚੋਂ ਇੱਕ ਚੱਕ ਲੈਂਦੇ ਜੀ। ਉਹ ਕਹਿੰਦੇ ਵੀ ਚਾਹੇ ਜਿਹੜੀ ਮਰਜ਼ੀ ਆ ਜਾਵੇ, ਜੇ ਨਹੀਂ ਵੀ ਲਿਖਿਆ ਤਾਂ ਨਹੀਂ ਜਾਣਾ, ਜੇ ਲੜਾਈ ਕਰਨੀ ਲਿਖਿਆ ਹੈ ਤਾਂ ਕਰਨੀ। ਚਾਹੇ ਮਤਲਬ ਬਾਕੀ ਦੇ ਸਾਰੇ ਦਰਬਾਰੀ ਕਹਿਣ ਕਿ ਇੱਥੇ ਲੜਾਈ ਨਹੀਂ ਕਰਨੀ, ਉਹ ਕਹਿੰਦੇ ਵੀ ਉਹ ਗੁਰੂ ਦਾ ਹੁਕਮ ਹੈ, ਕਰਨੀ ਹੈ। ਉਹ ਕਹਿੰਦੇ ਵੀ ਅੱਜ ਤਾਈਂ ਉਹਨਾਂ ਨੇ ਜ਼ਿੰਦਗੀ ਦੇ ਮਗਰੇ ਪਲਾਂ 'ਚ ਗੱਲ ਕਰਦੇ ਸੀ, ਕਰੋਨਾਕਾਲ ਜਿਹੜਾ ਲਿਖਦਾ, ਉਹਨਾਂ ਨਾਲ ਗੱਲ, ਉਹ ਕਹਿੰਦੇ ਕਿ ਅੱਜ ਤਾਈਂ ਮੈਨੂੰ ਮੇਰੇ ਗੁਰੂ ਨੇ ਗਲਤ ਗਾਈਡ ਨਹੀਂ ਕੀਤਾ ਕਦੇ। ਜਿਹੜੀ ਵੀ ਮੇਰਾ ਫੈਸਲਾ ਲਿਆ ਆ ਉਹ ਠੀਕ ਹੀ ਰਿਹਾ ਜੀ। ਇਹ ਉਹਨਾਂ ਦਾ ਆਪਣਾ ਵਿਸ਼ਵਾਸ ਸੀ। ਇਹ ਵੀ ਕਹਿ ਦਿੰਦਾ ਡਾਕਟਰ ਸਾਹਿਬ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਸੀ।
ਸਭ ਧਰਮਾਂ ਦਾ ਪੂਰਾ ਸੈਕੂਲਰ ਜੇ ਸਟੇਟ ਕਹਿਣੀ ਹੋਵੇ ਨਾ ਤਾਂ ਸੈਕੂਲਰ ਸਟੇਟ ਉਹਨਾਂ ਦੀ ਸੀ। ਹਾਂਜੀ। ਹੁਣ ਪਹਿਲਾਂ ਦੇਖੋ ਜਿਹੜਾ ਸਾਰਾ ਸੈਟਅਪ ਕੀਤਾ ਆ ਸਰਕਾਰੇ ਖਾਲਸਾ ਦੀਵਾਨ ਭਵਾਨੀ ਦਾਸ ਨੇ ਕੀਤਾ। ਉਹ ਪਹਿਲਾਂ ਕਾਬਲ ਦੇ ਬਾਦਸ਼ਾਹ ਦੇ ਕੋਲ ਹੁੰਦੇ ਸੀ। ਇਹਨੂੰ ਅਸੀਂ ਕਹਿੰਦੇ ਪਰਸ਼ੀਅਨ ਮਾਡਲ, ਜਿਹੜਾ ਕਿ ਇਰਾਨ ਦੇ ਕੋਲ ਹੁੰਦਾ ਸੀ। 15 ਡਿਪਾਰਟਮੈਂਟ ਉਹਨਾਂ ਨੇ ਸੈੱਟ ਕੀਤੇ ਸੀ ਸਾਰੇ, ਮਤਲਬ ਸਰਕਾਰ ਜਦੋਂ ਸੈਟਅਪ ਕਰਦੇ ਆ 1799 ਦੇ ਵਿੱਚ। ਫਿਰ ਉਹਨਾਂ ਦੇ ਸਭ ਤੋਂ ਵਧੀਆ ਜਿਹੜੇ ਵਿਸ਼ਵਾਸ ਪਾਤਰ ਜਿਹਨੂੰ ਕਹਿੰਦੇ ਅਸੀਂ, ਜੇ ਉਹਨਾਂ ਦੇ ਚੀਫ ਆਫ ਸਟਾਫ ਫੋਰਨ ਅਫੇਅਰਸ ਮਿਨਿਸਟਰ ਕਹਿ ਲਓ, ਤੇ ਉਹ ਸਨ ਫਕੀਰ ਅਜ਼ੀਜ਼ੁਦੀਨ। ਇਹ ਤਿੰਨੇ ਹੀ ਫਕੀਰ ਭਰਾ ਉਹਨਾਂ ਦੇ ਦਰਬਾਰ ਦੇ ਵਿੱਚ ਸਨ, ਫਕੀਰ ਨੀਰੂਦੀਨ, ਫਕੀਰ ਇਮਾਮੂਦੀਨ। ਇਹ ਇੱਕ ਵਾਰ ਜਦੋਂ 1799 ਚ ਉਹਨਾਂ ਨੇ ਲਾਹੌਰ ਜਿੱਤਿਆ ਹੀ ਹਨ, ਤੇ ਇਹ ਫਕੀਰਾਂ ਦੇ ਫਾਦਰ ਸਾਹਿਬ ਉਹ ਵੀ ਹਕੀਮ ਹੁੰਦੇ ਸਨ। ਤਾਂ ਉਹ ਹਕੀਮ ਨੂੰ ਉਹਨੂੰ ਸੱਦਿਆ, ਮਹਾਰਾਜ ਕੋਈ ਬਿਮਾਰੀ ਲੱਗੀ ਹੋਣੀ ਹੈ, ਕੁਛ ਨਾ ਕੁਛ ਹੋਇਆ ਹੋਣਾ, ਇਹਨਾਂ ਦਾ ਹੱਥ ਦਿਖਾ ਲੈਣ ਲਈ। ਤਾਂ ਫਿਰ ਉਹਨਾਂ ਨੇ ਆਪਣੇ ਮੁੰਡੇ ਨੂੰ ਫਕੀਰ ਅਜ਼ੀਜ਼ੁਦੀਨ ਨੂੰ ਲਿਆਂਦਾ। ਅਜ਼ੀਜ਼ੁਦੀਨ ਨੇ ਆਪਣੇ ਦੋਵੇਂ ਭਰਾ ਲਿਆਂਦੇ। ਫਿਰ ਤੁਸੀਂ ਦੇਖ ਲਓ ਕਿ ਸਭ ਤੋਂ ਪਹਿਲਾ ਕਮਾਂਡਰ ਇਨ ਚੀਫ ਜਿਹੜਾ ਮਹਾਰਾਜ ਸਾਹਿਬ ਦਾ, ਦੀਵਾਨ ਮੋਹਕਮ ਚੰਦ, ਫਿਰ ਦੀਵਾਨ ਮਿਸਰ ਦੀਵਾਨ ਚੰਦ। ਸੋ ਜੇ ਤੁਸੀਂ ਵੱਖ-ਵੱਖ ਧਰਮਾਂ ਦੇ ਬੰਦੇ ਦੇਖਣੇ ਸੀ ਤਾਂ ਉਹ ਮਹਾਰਾਜ ਸਾਹਿਬ ਦੇ ਦਰਬਾਰ 'ਚ ਸਨ। ਹਾਂਜੀ। ਪੂਰਾ ਸੈਕੂਲਰ। ਜਿੰਨੇ ਪੰਜਾਬੀਆਂ ਦੇ, ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੀਆਂ ਮਸਜਿਦਾਂ ਸੀ, ਜਿੰਨੇ ਮੰਦਿਰ ਸੀ, ਜਿੰਨੇ ਗੁਰਦੁਆਰੇ, ਸਾਰਿਆਂ ਨੂੰ ਬਰਾਬਰ ਦੀ ਸਹਾਇਤਾ ਮਿਲਦੀ ਸੀ ਜੀ। ਸੀਤਾਰਾਮ ਕੋਹਲੀ ਹੁਣੀ ਜਿਹੜੀ ਫਿਗਰ ਦਿੰਦੇ ਆ, ਉਹ ਕਹਿੰਦੇ ਕਿ ਅਖੀਰਲੇ ਦਿਨਾਂ ਦੇ ਵਿੱਚ ਜੇ ਉਹ ਪੜ੍ਹਦੇ ਆ ਤੁਸੀਂ ਉਹਨਾਂ ਦੇ ਬਜਟ, ਤਾਂ ਉਹਦੇ ਵਿੱਚ ਕੋਈ 4000 ਮਦਦ, ਜਿਹਦੇ ਵਿੱਚ ਮਦਰਸਾ ਤੇ ਧਰਮਸ਼ਾਲਾ, ਇਹਨਾਂ ਨੂੰ ਸਿੱਧੇ ਪੈਸੇ ਭੇਜਦੇ ਹੁੰਦੇ ਸੀ ਕਿ ਬੱਚਿਆਂ ਨੂੰ ਪੜ੍ਹਾਉਣ ਲਈ। ਇਹ ਉਹਨਾਂ ਲਈ ਖਾਸ ਤੌਰ ਤੇ ਭੇਜ ਦਿੰਦੇ ਕਾਇਦਾ ਕਹਿੰਦੇ ਆ, ਜਿਹੜੀ ਪ੍ਰਾਇਮਰੀ ਦੀ ਕਲਾਸ ਹੁੰਦੀ, ਆਪਣੀ ਸ਼ੁਰੂਆਤ ਕਰਦੇ ਆ ਕਾਇਦਾ। ਤੇ ਫਿਰ ਇੱਕ ਬਜ਼ਾਰੇ ਹਕੀਮਾ ਲਾਹੌਰ ਦੇ ਵਿੱਚ ਇੱਕ ਹਾਇਰ ਸਟੱਡੀਜ਼ ਦੀ ਇੰਸਟੀਚਿਊਟ ਹੁੰਦੀ ਸੀ, ਜਿਹੜੀ ਪਰਸ਼ੀਅਨ, ਫਾਰਸੀ, ਅਰਬੀ ਵਗੈਰਾ ਪੜ੍ਹਾਉਂਦੇ ਸੀ ਉੱਥੇ। ਤਾਂ ਉਹ ਕਾਫੀ ਵਧੀਆ, ਇਸ ਇਲਾਕੇ ਦੇ ਵਿੱਚ ਕਾਫੀ ਵਧੀਆ ਇੰਸਟੀਚਿਊਟ ਸੀ। ਜੇ ਕੋਈ ਗਰੀਬਾਂ ਦਾ ਬੱਚਾ ਉੱਥੇ ਪੜ੍ਹਨਾ ਚਾਹੁੰਦਾ ਸੀ ਨਾ, ਉਹਨੂੰ ਵਜ਼ੀਫਾ ਦਿੱਤਾ ਜਾਂਦਾ ਸੀ ਲਾਹੌਰ ਦਰਬਾਰ ਵੱਲੋਂ ਖਾਸ ਤੌਰ ਤੇ। ਇਹ ਉਹਨਾਂ ਦੇ ਕੁਛ ਕੁ ਪਹਿਲੂ ਸਨ। ਅੱਛਾ, ਫਿਰ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਦੀ ਲੜਾਈ ਕਿਉਂ ਨਹੀਂ ਹੋਈ ਬ੍ਰਿਟਿਸ਼ ਦੇ ਨਾਲ। ਇਹ ਵੀ ਡਿਪਲੋਮੇਸੀ ਦੀ ਗੱਲ ਹੈ। ਇੱਕ ਬ੍ਰਿਟਿਸ਼ ਆਫੀਸਰ ਲਿਖਦਾ, ਉਹ ਕਹਿੰਦਾ ਕਿ ਸਾਰੇ ਹੀ ਬੰਦੇ ਸੋਚਦੇ ਕਿ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਬੰਦਾ ਹੈ। ਕਹਿੰਦਾ ਉਹਨੇ ਸਾਡੇ ਸਾਰੇ ਪੜ੍ਹਿਆਂ ਲਿਖਿਆਂ ਨੂੰ ਘੁਮਾ ਕੇ ਰੱਖ ਦਿੱਤਾ। ਹਾਂਜੀ। ਕਹਿੰਦਾ ਉਹ ਹਮੇਸ਼ਾ ਇਦਾਂ ਗੱਲ ਪੁੱਛਦੇ ਹੁੰਦੇ ਸੀ, ਆਪ ਗੱਲ ਘੱਟ ਕਰਨੀ ਤਾਂ ਉਹਨਾਂ ਤੋਂ ਸਵਾਲ ਤੇ ਸਵਾਲ ਕਰੀ ਜਾਣ। ਕਹਿੰਦੇ ਹੁੰਦੇ ਨੇ, ਜਿਹੜਾ ਸਿਆਣਾ ਬੰਦਾ ਸੁਣਦਾ ਜ਼ਿਆਦਾ ਹੈ, ਬੋਲਦਾ ਘੱਟ ਹੈ। ਇਹ ਵਾਕਈ ਮਹਾਰਾਜ ਸਾਹਿਬ ਦੀ ਇਹ ਵੱਡਾ ਪਾਣ ਹੈ ਉਹਨਾਂ ਦਾ, ਕਿ ਉਹ ਸੁਣਦੇ ਬਹੁਤ ਸੀ। ਜਿਹੜਾ ਬੰਦਾ ਆਉਂਦਾ ਸੀ ਔਰ ਉਹਨਾਂ ਨੂੰ ਮਜਬੂਰ ਕਰਦੇ ਸੀ ਬੋਲਣ ਲਈ, ਉਹਨਾਂ ਨੂੰ ਸਵਾਲ ਤੇ ਸਵਾਲ ਪੁੱਛਣਾ, ਹਰ ਸਵਾਲ ਤੇ। ਉਹਨਾਂ ਨੇ ਗੱਲ ਕੀਤੀ ਕਿ ਜਦੋਂ ਬ੍ਰਿਟਿਸ਼ ਦੇ ਨਾਲ ਕਿਉਂ ਨਹੀਂ ਹੋਈ। 3 ਵਾਰ ਵੈਸੇ ਪਹਿਲੇ 10 ਸਾਲਾਂ ਦੇ ਵਿੱਚ ਹੀ 3 ਇੱਦਾਂ ਦੇ ਮੌਕੇ ਲੱਗੇ ਜਦੋਂ ਕਿ ਬ੍ਰਿਟਿਸ਼ ਦੇ ਨਾਲ ਲੜਾਈ ਹੋ ਸਕਦੀ ਸੀ। ਜਿਹੜੀ ਲੜਾਈ ਦੀ ਇਹ ਕਿਤੇ ਸਾਨੂੰ ਬਾਅਦ ਦੀ ਗੱਲ ਹੈ, ਕਿਤੇ ਜਿਹਨੂੰ ਅਸੀਂ ਅਸੀਂ ਕਹਿੰਦੇ ਐਂਗਲੋ ਸਿੱਖ ਵਾਰਸ, ਉਹ ਸੀਗੀਆਂ ਖਾਲਸਾ ਫੌਜਾਂ ਨੂੰ ਤਬਾਹ ਕਰਾਉਣ ਲਈ ਰਾਣੀ ਜਿੰਦਾਂ ਨੇ ਤੇ ਹੋਰ ਦਰਬਾਰੀਆਂ ਨੇ ਜਿਹੜੀਆਂ ਲੜਾਈਆਂ ਕੀਤੀਆਂ, ਉਹਨਾਂ ਦਾ ਉਹ ਵੱਖਰਾ ਟੌਪਿਕ ਹੈ। ਪਰ ਪਹਿਲਾਂ ਕਿਉਂਕਿ ਬ੍ਰਿਟਿਸ਼ ਹਲੇ ਐਕਸਪੈਂਡ ਹੀ ਕਰ ਰਿਹਾ ਸੀ,
ਉਸ ਵੇਲੇ ਪਹਿਲੇ 10 ਸਾਲਾਂ ਦੇ ਵਿੱਚ ਹੀ ਉਹਨਾਂ ਨੂੰ 3 ਮੌਕੇ ਮਿਲੇ ਅੰਗਰੇਜ਼ਾਂ ਨਾਲ ਲੜਾਈ ਕਰਨ ਦੇ, ਪਰ ਉਹਨਾਂ ਨੇ ਹਮੇਸ਼ਾ ਟਾਲ ਦਿੱਤੀ। ਪਹਿਲਾ ਮੌਕਾ ਸੀ 1805 ਦੇ ਵਿੱਚ ਹੋਲਕਰ, ਪਹਿਲਾਂ ਮਰਾਠੇ ਲੜਦੇ ਸੀ ਨਾ, ਮਰਾਠਿਆਂ ਦਾ ਰਾਜ ਵੀ ਹੁੰਦਾ ਸੀ ਨਾਰਥ ਦੇ ਵਿੱਚ। ਇਹ ਮਰਾਠਾ ਲੀਡਰ ਹੋਲਕਰ, ਜਸਵੰਤ ਰਾਓ ਹੋਲਕਰ ਜਿਹੜਾ ਸੀ, ਉਹ ਹਾਰ ਕੇ ਪੰਜਾਬ ਦੇ ਵਿੱਚ ਨੱਠਿਆ ਔਰ ਅੰਗਰੇਜ਼ ਜਰਨੈਲ ਉਹਦਾ ਪਿੱਛਾ ਕਰਦੇ ਆਏ। ਮਹਾਰਾਜ ਸਾਹਿਬ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਇਹਨੂੰ ਪੰਜਾਬ ਦੇ ਵਿੱਚ ਨਹੀਂ ਫੜ ਸਕਦੇ, ਇਹ ਸਾਡਾ ਸ਼ਰਨਾਰਥੀ ਹੈ। ਤੇ ਹੋਲਕਰ ਨੇ ਫਿਰ ਉਹੀ ਗੱਲਾਂ, ਇਮੋਸ਼ਨਲ ਗੱਲਾਂ ਕਰਦਾ ਸੀ ਕਿ ਦੇਖੋ ਅਸੀਂ ਹਿੰਦੂ ਭਾਈ ਹਾਂ, ਇਕੱਠੇ ਹਾਂ, ਅਸੀਂ ਇਹਨੂੰ ਅੰਗਰੇਜ਼ਾਂ ਦੇ ਖਿਲਾਫ ਲੜਨਾ ਚਾਹੀਦਾ। ਮਹਾਰਾਜ ਸਾਹਿਬ ਨੇ ਪਹਿਲੀ ਵਾਰ ਫਿਰ ਤੇ ਆਖਰੀ ਵਾਰ ਸ਼ਾਇਦ ਸਾਰੇ ਸਰਦਾਰਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਲੜਨ ਦੇ ਹੱਕ 'ਚ ਆ ਜਾਂ ਨਹੀਂ। ਬਹੁਤ ਬੰਦੇ ਲੜਨ ਦੇ ਹੱਕ ਸੀ, ਬਹੁਤ ਬੰਦੇ ਲੜਾਈ ਦੇ ਅਗੇਂਸਟ ਸੀ। ਤੇ ਉਹਨਾਂ ਨੇ, ਮਹਾਰਾਜ ਸਾਹਿਬ ਨੇ ਆਪਣਾ ਜਿਹੜਾ ਉਹਨਾਂ ਦਾ ਪਰਚੀਆਂ ਪਾਉਣ ਵਾਲੀ ਗੱਲ ਹੁੰਦੀ ਹੈ, ਪਰਚੀ ਵੀ ਪਾਈ ਸੀ। ਪਰਚੀ ਨਿਕਲਾਈ ਕਿ ਹੋਲਕਰ ਦੀ ਨਹੀਂ ਸਪੋਰਟ ਕਰਨੀ। ਇਹ ਹੋਲਕਰ ਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਪਤਾ ਹੋਵੇ, ਪਰ ਮਹਾਰਾਜ ਸਾਹਿਬ ਨੂੰ ਪਤਾ ਸੀ ਕਿ ਹੋਲਕਰ ਨੇ ਜਿਹੜੀ ਚਿੱਠੀ ਕਾਬਲ ਦੇ ਬਾਦਸ਼ਾਹ ਨੂੰ ਲਿਖੀ ਸੀ, ਮਹਾਰਾਜ ਸਾਹਿਬ ਨੂੰ ਉਹਦਾ ਪਤਾ ਸੀ। ਪਹਿਲਾਂ ਉਹ ਹੋਲਕਰ ਜਿਹੜਾ ਮਹਾਰਾਜ ਸਾਹਿਬ ਦੀ ਮਦਦ ਮੰਗ ਰਿਹਾ ਸੀ ਨਾ, ਉਹਨੇ ਕਾਬਲ ਦੇ ਬਾਦਸ਼ਾਹ ਨੂੰ ਇੱਕ ਚਿੱਠੀ ਲਿਖੀ ਕਿ ਤੂੰ ਸਾਡੇ ਨਾਲ ਆ ਕੇ ਜੁਆਇਨ ਕਰ। ਤੇ ਕਾਬਲ ਤੋਂ ਹੁਣ ਉਹਨੇ ਪਲੇਨ ਲੈ ਕੇ ਤਾਂ ਆਉਣਾ ਨਹੀਂ ਸੀ, ਹੁਣ ਪੰਜਾਬ ਦੇ ਥਾਣੀ ਆਉਣਾ ਸੀ। ਹਾਂਜੀ। ਸੋ ਪੰਜਾਬ ਦਾ ਘਾਣ ਕਰਕੇ ਤੂੰ ਸਾਡੇ ਨਾਲ ਇਕੱਠਾ ਹੋ ਕੇ। ਤੇ ਮਹਾਰਾਜ ਸਾਹਿਬ ਨੇ ਥੋੜੇ ਜਿਹੇ ਸ਼ਬਦ ਜਿਹੜੇ ਬੋਲੇ ਆ, ਉਹ ਸ਼ਾਇਦ ਨਹੀਂ ਰੇਡੀਓ ਤੇ ਅਸੀਂ ਕਹਿੰਦੇ, ਉਹਨਾਂ ਨੇ ਕਹਿੰਦੇ ਕਿ ਬਹੁਤ ਭੈੜਾ ਬੰਦਾ ਹੈ, ਸਾਨੂੰ ਪਤਾ ਹੈ ਇਹਦਾ, ਦੋ ਮੂੰਹ ਤੋਂ ਹੋਰ ਗੱਲ ਕਰਦਾ, ਅੰਦਰੋਂ ਹੋਰ ਕਰਦਾ। ਕੁਛ ਬੰਦਿਆਂ ਨੇ ਟੀਪੂ ਸੁਲਤਾਨ ਦੀ ਵੀ ਗੱਲ ਕਰਦੇ। ਟੀਪੂ ਸੁਲਤਾਨ ਨੇ ਵੀ ਇੱਕ ਵਾਰ ਕਾਬਲ ਦੇ ਬਾਦਸ਼ਾਹ ਨੂੰ ਚਿੱਠੀ ਲਿਖੀ ਸੀ ਵੀ ਤੂੰ ਮੈਨੂੰ ਆ ਕੇ ਜੁਆਇਨ ਕਰ। ਓਬਵੀਅਸਲੀ ਉਹਦਾ ਮਤਲਬ ਇਹ ਸੀ ਕਿ ਪੰਜਾਬੀਆਂ ਨੂੰ ਮਾਰ ਕੇ ਆ ਜਾ ਇੱਥੇ ਮੇਰੇ ਕੋਲ। ਜਿਹੜੇ ਬੰਦੇ ਟੀਪੂ ਸੁਲਤਾਨ ਦੀਆਂ ਸਿਫਤਾਂ ਕਰਦੇ ਆ, ਉਹ ਪਹਿਲਾਂ ਟੀਪੂ ਸੁਲਤਾਨ ਬਾਰੇ ਪੜ੍ਹ ਕੇ ਦੇਖਣ। ਇਸੇ ਤਰ੍ਹਾਂ ਜਸਵੰਤ ਰਾਓ ਹੋਲਕਰ ਨੇ ਕਾਬਲ ਦੇ ਬਾਦਸ਼ਾਹ ਨੂੰ ਸੱਦ ਰਿਹਾ ਹੈ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਾ ਕੇ ਕਹਿ ਰਿਹਾ ਕਿ ਅਸੀਂ ਹਿੰਦੂ ਭਾਈ, ਤਾਂ ਉਹਨਾਂ ਦੀ ਮਦਦ ਨਹੀਂ ਕੀਤੀ। ਉਸ ਵੇਲੇ ਟਲ ਗਈ ਅੰਗਰੇਜ਼ਾਂ ਦੇ ਨਾਲ ਲੜਾਈ। ਫਿਰ ਨਪੋਲੀਅਨ ਨੇ ਯੂਰਪ ਦੇ ਵਿੱਚ ਤਰਥੱਲੀ ਮਚਾਈ ਪਈ ਸੀ ਤੇ ਅੰਗਰੇਜ਼ਾਂ ਨੂੰ ਇਹ ਲੱਗਾ, ਉਹਨਾਂ ਨੇ ਨਪੋਲੀਅਨ ਦੀ ਹੋ ਗਈ ਸੰਧੀ ਜ਼ਾਰ ਦੇ ਨਾਲ, ਰਸ਼ੀਆ ਵਾਲਿਆਂ ਦੇ ਨਾਲ। ਇਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਕਹਿਤਾ ਕਿ ਇਸ ਸੰਧੀ ਦੇ ਹਿਸਾਬ ਨਾਲ ਉਹਨਾਂ ਨੇ ਇਰਾਨ ਤੋਂ ਸ਼ੁਰੂ ਕਰਕੇ ਇੱਥੇ ਰਸ਼ੀਆ ਦੀਆਂ ਫੌਜਾਂ ਆਉਣੀਆਂ ਤੇ ਨਪੋਲੀਅਨ ਦੀਆਂ ਫੌਜਾਂ ਆਉਣੀਆਂ। ਇਹਨਾਂ ਨੇ ਫਿਰ ਹਿੰਦੁਸਤਾਨ ਤੇ ਹਮਲਾ ਕਰਨਾ। ਉਸ ਦਾ ਕਰਕੇ ਜਿਹੜੇ ਅੰਗਰੇਜ਼ ਨੇ, ਈਸਟ ਇੰਡੀਆ ਕੰਪਨੀ ਵਾਲਿਆਂ ਨੇ ਇੱਕਦਮ ਹੀ ਸਲਾਹ ਬਣਾਈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਸਾਈਡ ਤੇ ਜ਼ਰੂਰ ਲੈਣਾ। ਉਹਨਾਂ ਨੇ ਕੋਸ਼ਿਸ਼ ਕਰ ਦਿੱਤੀ ਕਿ ਤੁਸੀਂ ਸਾਡੇ ਨਾਲ ਇੱਕ ਸੰਧੀ ਕਰੋ, ਜੇ ਨਪੋਲੀਅਨ ਨੇ ਸਾਡੇ ਤੇ ਹਮਲਾ ਕੀਤਾ ਤਾਂ ਤੁਸੀਂ ਸਾਡੇ ਵੱਲ ਹੋਵੋਗੇ। ਮਹਾਰਾਜ ਸਾਹਿਬ ਨੂੰ ਇਹ ਪਤਾ ਸੀ ਕਿ ਦੇਖੋ ਲੜਾਈ ਤਾਂ ਇਹਨਾਂ ਦੀ ਹੈ, ਹਾਰਨਾ ਇਹਨਾਂ ਨੇ, ਤੇ ਪੁੱਛਣ ਸਾਨੂੰ ਲੱਗੇ ਹੋਏ। ਮਹਾਰਾਜ ਸਾਹਿਬ ਨੇ ਉਹ ਟੈਕਟਿਕ ਉਹ ਜਿਹੜੇ ਯੂਜ਼ ਕੀਤੇ ਨਾ ਕਿ 10 ਦਿਨ ਉਹਨਾਂ ਨੇ ਮਿਲਣਾ ਹੀ ਨਾ ਬ੍ਰਿਟਿਸ਼ ਅੰਬੈਸਡਰ ਜਿਹੜਾ ਉੱਥੇ ਆਇਆ ਸੀ। ਫਿਰ ਉਹ ਕਾਫੀ ਗੁੱਸੇ ਵੀ ਹੋਇਆ ਇਸ ਗੱਲ ਤੇ ਕਿ ਜੇ ਸਾਨੂੰ ਲੋੜ ਆ ਤਾਂ ਇਹ ਪੁੱਛਦਾ ਹੀ ਨਹੀਂ ਸਾਨੂੰ। ਤੇ ਪਰ ਉਹਨਾਂ ਨੇ ਗੱਲ ਫਿਰ ਟਾਲ ਦਿੱਤੀ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹੀ। ਸੰਧੀ ਨਹੀਂ ਉਹਨਾਂ ਨੇ ਕੀਤੀ, ਪਰ ਇਹ ਇੰਨਾ ਕਹਿੰਦੇ ਰਹੇ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹੀ ਹਾਂ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹੀ ਹਾਂ। ਤੇ 1708 ਦੇ ਵਿੱਚ ਨਪੋਲੀਅਨ ਨੇ ਸਪੇਨ ਤੇ ਹਮਲਾ ਕਰ ਦਿੱਤਾ। ਉਦੋਂ ਫਿਰ ਉਹ ਜਿਹੜੀ ਉਹਨਾਂ ਦੀ ਅੰਗਰੇਜ਼ਾਂ ਦੀ ਖੁਫੀਆ ਏਜੰਸੀਆਂ ਦੀ ਰਿਪੋਰਟ ਸੀ ਪਹਿਲਾਂ, ਉਹ ਕਹਿੰਦੇ ਕਿ ਹੁਣ ਨਹੀਂ ਆਉਣਾ, ਹੁਣ ਇਹਨੇ ਸਪੇਨ ਤੇ ਹਮਲਾ ਕਰ ਦਿੱਤਾ। ਸੋ ਉਹ ਇੱਕ ਲੜਾਈ ਹੋਰ ਟਲ ਗਈ। ਹਾਂਜੀ। ਤੀਸਰੀ ਲੜਾਈ ਹੋਣ ਫਿਰ ਹੋਈ ਆ, ਜਿਹਦੇ ਵਿੱਚ ਇਹ ਪਟਿਆਲੇ ਵਾਲੇ, ਨਾਭੇ ਵਾਲੇ, ਇਹ ਸਾਰੇ ਵੀ ਜ਼ਿੰਮੇਵਾਰ ਹੈ। ਇਹਨਾਂ ਨੇ ਅੰਗਰੇਜ਼ਾਂ ਨੂੰ ਜਾ ਕੇ ਮਿਹਨਤਾਂ ਕੀਤੀਆਂ ਕਿ
ਤੁਸੀਂ ਸਾਨੂੰ ਰਣਜੀਤ ਸਿੰਘ ਤੋਂ ਬਚਾਓ। ਇਹ ਸਾਰੇ ਪਹਿਲਾਂ ਨਜ਼ਰਾਨਾ ਦਿੰਦੇ ਸੀ ਮਹਾਰਾਜ ਸਾਹਿਬ ਨੂੰ। ਪਟਿਆਲੇ ਵਾਲਿਆਂ ਦਾ ਤਾਂ ਖਾਸ ਤੌਰ 'ਤੇ ਇਹ ਕੰਮ ਸੀ। ਸਭ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਵਾਰ ਉਹਨਾਂ ਨੇ ਪਟਿਆਲੇ ਜਿਹੜਾ ਸਾਹਿਬ ਸਿੰਘ ਸੀ ਉਹਦੀ ਵਾਈਫ ਨੇ ਮਹਾਰਾਜ ਸਾਹਿਬ ਨੂੰ ਚਿੱਠੀ ਲਿਖੀ ਕਿ ਘਰ ਦੇ ਵਿੱਚ ਝਗੜਾ ਹੋਇਆ, ਤੁਸੀਂ ਆ ਕੇ ਨਿਬੇੜੋ। ਉਹਨਾਂ ਨੇ ਨਿਬੇੜਾ, ਝਗੜਾ ਕਾਹਦਾ ਸੀ ਕਿ ਮੁੰਡੇ ਨੂੰ ਉਹ ਪੈਸੇ ਨਹੀਂ ਸੀ ਦਿੰਦਾ। ਮਹਾਰਾਜ ਸਾਹਿਬ ਉੱਥੇ ਗਏ। ਇਹਨਾਂ ਨੇ ਪਹਿਲਾਂ ਤਾਂ ਪਟਿਆਲੇ ਵਾਲਾ ਰਾਜਾ ਸੀ ਜਿਹੜਾ, ਉਹ ਆਪਣੇ ਆਪ ਨੂੰ ਅੰਦਰ ਬਾੜ ਕੇ ਤਾਂ ਲੋਕ ਲਾ ਲਿਆ। ਫਿਰ ਜਦੋਂ ਮਹਾਰਾਜ ਸਾਹਿਬ ਬੈਠੇ ਹੀ ਰਹੇ ਉੱਥੇ, ਤਾਂ ਫਿਰ ਉਹ ਬਾਹਰ ਆ ਗਿਆ। ਮਹਾਰਾਜ ਸਾਹਿਬ ਨੇ ਜੱਫੀ ਪਾਈ ਤੇ ਤੂੰ ਸਾਡਾ ਵੱਡਾ ਭਾਈ ਆ ਤੇ ਤੁਹਾਡੇ ਘਰ ਆਏ ਆ, ਤੁਸੀਂ ਕਿਉਂ ਨਹੀਂ ਮਿਲਣਾ ਸਾਨੂੰ? ਉਹਨਾਂ ਨੇ ਕਿਹਾ ਕਿ 50,000 ਰੁਪਈਆ ਮਹੀਨੇ ਦਾ, ਸਾਲ ਦਾ ਤੂੰ ਦੇਣਾ ਇਹਨੂੰ ਮੁੰਡੇ ਨੂੰ, ਬਾਕੀ ਜਾਇਦਾਦ ਤੁਹਾਡੀ ਹੈ। ਇਹ ਸਮਝਦੇ ਸੀ ਕਿ ਪਟਿਆਲੇ ਵਾਲੇ, ਨਾਭੇ ਵਾਲੇ, ਜੀਂਦ ਵਾਲੇ, ਕਿ ਜੇ ਰਣਜੀਤ ਸਿੰਘ ਨੇ ਬਾਕੀ ਦੇ ਰਾਜਿਆਂ ਦਾ ਆਜ਼ਾਦੀ ਖਤਮ ਕੀਤੀ ਹੈ ਉੱਧਰੋਂ, ਇਹਨੇ ਸਾਡੀ ਵੀ ਆਜ਼ਾਦੀ ਖਤਮ ਕਰ ਦੇਣੀ। ਇਸ ਕਰਕੇ ਇਹਨਾਂ ਨੇ ਇੱਕ ਚਿੱਠੀ ਲਿਖੀ ਅੰਗਰੇਜ਼ਾਂ ਨੂੰ, ਮਤਾ ਪਾਇਆ ਸੀ ਕਿ ਤੁਸੀਂ ਸਾਡੀ ਮਦਦ ਕਰੋ, ਤੁਸੀਂ ਆ ਕੇ ਸਤਲੁਜ ਤਾਈਂ ਆਪਣਾ ਰਾਜ ਵਧਾਓ, ਜਿਹਨੂੰ ਅਸੀਂ ਸਤਲੁਜ ਟ੍ਰੀਟੀ ਕਹਿੰਦੇ ਆ। ਸ਼ੁਰੂਆਤ ਕਰਾਉਣ ਵਾਲੇ ਮਾਲਵੇ ਦੇ ਰਾਜੇ ਆ। ਇਹਨਾਂ ਨੇ ਅੰਗਰੇਜ਼ਾਂ ਨੂੰ ਸੱਦਿਆ। ਅੰਗਰੇਜ਼ਾਂ ਦਾ ਮੈਟਕੈਲਫ ਉਹਨਾਂ ਦਾ ਆਰਮੀ ਆਫੀਸਰ ਸੀ, ਉਹਨੇ ਆ ਕੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ। ਉਹਨੇ ਦੱਸਿਆ, ਜ਼ੋਰ ਪਾਇਆ ਕਿ ਸਤਲੁਜ ਤੋਂ ਨਾਰਥ ਨੂੰ ਜਿਹੜਾ ਇਲਾਕਾ ਆ ਉਹ ਤੁਹਾਡਾ ਆ। ਦੁਨੀਆ ਦੀ ਸਭ ਤੋਂ ਵੱਡੀ ਪਾਵਰ ਇਹ ਮੰਨ ਰਹੀ ਸੀ ਕਿ ਸਤਲੁਜ ਤੋਂ ਨਾਰਥ ਵਾਲਾ ਸੋਵਰਨਟੀ ਤੁਹਾਡੀ ਆ। ਹੁਣ ਸੋਵਰਨਟੀ ਦੀਆਂ ਦੋ ਗੱਲਾਂ ਹੁੰਦੀਆਂ ਨੇ। ਇੱਕ ਤਾਂ ਇੰਟਰਨਲ ਸੋਵਰਨਟੀ, ਤੁਹਾਡੀ ਰਿਟ ਚੱਲਦੀ ਆ। ਸੋ ਮਹਾਰਾਜ ਦਾ ਇਲਾਕਾ ਜਿਹੜਾ ਸੀ ਉੱਥੇ ਉਹਨਾਂ ਦੀ ਰਿਟ ਚੱਲਦੀ ਸੀ। ਦੂਸਰਾ ਇਹ ਸੀ ਕਿ ਦੂਸਰੀਆਂ ਬਾਹਰਲੀਆਂ ਪਾਵਰਸ ਜਿਹੜੀਆਂ ਉਹਨੂੰ ਮਾਨਤਾ ਦੇ ਰਹੀਆਂ। ਸਤਲੁਜ ਟ੍ਰੀਟੀ ਦੇ ਮਹਾਰਾਜ ਸਾਹਿਬ ਖੁਦ ਹੱਕ ਦੇ ਵਿੱਚ ਨਹੀਂ ਸਨ, ਕਿਉਂਕਿ ਉਹ ਸਮਝਦੇ ਸੀ ਕਿ ਮਾਲਵੇ ਦਾ ਇਲਾਕਾ ਜਿੱਥੇ ਬਹੁਤ ਸਾਰੇ ਸਿੱਖ ਰਹਿੰਦੇ ਸੀ, ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਉਹਨਾਂ ਦੀਆਂ ਖਾਸ ਜ਼ਿਆਦਾ ਤੌਰ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਹੋਈਆਂ ਜੀ। ਸੋ ਇਸ ਕਰਕੇ ਉਹ ਇਲਾਕੇ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਤੇ ਉੱਥੇ ਦੋ ਰਾਵਾਂ ਸੀ ਦਰਬਾਰ ਦੇ ਵਿੱਚ। ਇੱਕ ਸੀ ਅਕਾਲੀ ਫੂਲਾ ਸਿੰਘ ਹੋਣੀ, ਇੱਕ ਪਾਸੇ ਦੀਵਾਨ ਮੋਹਕਮ ਚੰਦ। ਉਹ ਕਹਿੰਦੇ ਸੀ ਕਿ ਲੜ ਕੇ ਮਰ ਜਾਣਾ ਪਰ ਸੰਧੀ ਤੇ ਸਾਈਨ ਨਹੀਂ ਕਰਨੀ। ਇਹ ਉਹ ਧੜਾ ਸੀ ਗਰਮ ਦਲੀਏ ਜਿਹੜੇ ਸੀ। ਇਹਨਾਂ ਨੇ 1 ਲੱਖ ਫੌਜ ਸਤਲੁਜ ਦੇ ਦਰਿਆ ਦੇ ਕੰਢਿਆਂ ਤੇ ਲਾਗੇ ਲਾਗੇ, ਜਿੱਧਰ ਮਹਾਰਾਜ ਸਾਹਿਬ ਦਾ ਤੁਸੀਂ ਕੀ ਕਹੋਗੇ ਵੈਸਟ ਸਾਈਡ ਆ, ਨਾਰਥ ਸਾਈਡ ਤੇ ਲੈ ਕੇ ਆਂਦੀ, ਤਾਂ ਕਿ ਅੰਗਰੇਜ਼ਾਂ ਦੇ ਨਾਲ ਲੜਾਈ ਲੱਗਣ ਦੇ ਚਾਂਸ ਹੀ ਸੀ ਪੂਰੇ। ਪਰ ਦੂਸਰੇ ਪਾਸੇ ਫਕੀਰ ਅਜ਼ੀਜ਼ੁਦੀਨ ਉਹਨਾਂ ਦਾ ਧੜਾ ਸੀ, ਜਿਹੜੇ ਸਮਝਦੇ ਸੀ ਕਿ ਪਹਿਲੀ ਗੱਲ ਤਾਂ ਸਾਡੇ ਤੋਂ ਉਨੀ ਤਾਕਤ ਹੈ ਨਹੀਂ। 1809 ਦੇ ਵਿੱਚ ਮਹਾਰਾਜ ਸਾਹਿਬ ਦੀ ਆਰਮੀ ਉਹ ਉਸ ਲੈਵਲ ਦੀ ਨਹੀਂ ਸੀ ਜਿਹੜੀ 1839 ਦੇ ਵਿੱਚ ਸੀ। ਇਹ ਸਮਝਣ ਦੀ ਲੋੜ ਹੈ, ਉਨੀ ਤਾਕਤ ਉਸ ਵੇਲੇ ਨਹੀਂ ਸੀ ਉਹਨਾਂ ਦੇ ਕੋਲ। ਅੱਛਾ, ਦੂਸਰੀ ਇਹ ਗੱਲ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸਬਜੂਗੇਟ ਕੀਤਾ, ਜਿਹੜੇ ਨਜ਼ਰਾਨਾ ਦਿੰਦੇ ਸੀ, ਜਿਨ੍ਹਾਂ ਦੇ ਵਿੱਚ ਸੰਸਾਰ ਚੰਦ ਸੀ, ਉਹਨਾਂ ਦੀ ਆਪਣੀ ਸੱਸ ਸੀ ਸਦਾ ਕੌਰ ਜੀ। ਉਹ ਅੰਗਰੇਜ਼ਾਂ ਦੇ ਕੋਲ ਜਾ ਕੇ ਕਹਿ ਕੇ ਆਏ ਸੀ ਲੁਧਿਆਣੇ ਕਿ ਤੁਸੀਂ ਲੜਾਈ ਕਰੋਗੇ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਜਿਹੜੇ ਉੱਥੇ ਹੀ ਉਹਨਾਂ ਦੇ ਅੰਡਰ ਰਹਿੰਦੇ ਸੀ ਉਹ ਸਾਰੇ ਹੀ ਤਿਆਰ ਸੀ ਇਹਨਾਂ ਦੇ ਨਾਲ, ਅੰਗਰੇਜ਼ਾਂ ਦੇ ਨਾਲ ਲੜਨ ਲਈ। ਫਿਰ ਤੀਸਰੀ ਗੱਲ ਸੀ ਕਿ ਕਾਬਲ ਦਾ ਬਾਦਸ਼ਾਹ ਹਾਲੇ ਦੇਖਦਾ ਹੀ ਸੀ ਉੱਪਰੋਂ ਕਿ ਜੇ ਅੰਗਰੇਜ਼ਾਂ ਦੇ ਨਾਲ ਲੜਾਈ ਸ਼ੁਰੂ ਹੋਈ ਤਾਂ ਫਿਰ ਅਸੀਂ ਹਮਲਾ ਕਰ ਦਿਆਂਗੇ। ਤੇ ਜਿੰਨੇ ਹੀ ਮਾਲਵੇ ਦੇ ਰਾਜੇ ਸੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਪਹਿਲਾਂ ਕਿ ਅਸੀਂ ਤੁਹਾਡੇ ਨਾਲ ਹਾਂ, ਸਾਡੀਆਂ ਫੌਜਾਂ ਤੁਹਾਡੇ ਨਾਲ ਲੜਨਗੀਆਂ। ਸੋ ਮਹਾਰਾਜ ਸਾਹਿਬ ਨੂੰ ਵੀ ਇਹ ਗੱਲ ਸਾਰਿਆਂ ਦਾ ਪਤਾ ਸੀ। ਉਹਨਾਂ ਨੇ ਨਾ ਚਾਹੁੰਦਿਆਂ ਵੀ ਜਿਹੜੀ ਸਤਲੁਜ ਸੰਧੀ ਆ ਉਹ ਤੇ ਸਾਈਨ ਕੀਤੇ। ਲੜਾਈ ਟਲ ਗਈ। ਡਿਸਪਲਿਨ ਤੁਸੀਂ ਦੇਖੋ ਕਿੰਨਾ ਹੋਊਗਾ ਫੌਜ ਦੇ ਵਿੱਚ। 1 ਲੱਖ ਫੌਜੀ ਉੱਥੇ
ਸਤਲੁਜ ਦਰਿਆ ਦੇ ਕੰਢਿਆਂ ਤੇ ਖੜਾ ਸੀ। ਉਹ ਮਾੜੀ ਜੀ ਵੀ ਇੱਕ ਘਟਨਾ ਇੱਧਰ ਉੱਧਰ ਹੁੰਦੀ ਨਾ, ਜੇ ਡਿਸਿਪਲਿਨ ਨਾ ਹੁੰਦਾ ਤੇ ਉੱਥੇ ਲੜਾਈ ਹੋ ਜਾਣੀ ਸੀ। ਕਾਲੀ ਫੂਲਾ ਸਿੰਘ ਤੇ ਮੋਹਕਮ ਚੰਦ ਇਹ ਮਹਾਰਾਜ ਸਾਹਿਬ ਦੇ ਮੂਹਰੇ ਆ ਕੇ ਕਹਿੰਦੇ ਸੀ ਕਿ ਇਦੋਂ ਤਾਂ ਮਰ ਜਾਣਾ ਚੰਗਾ ਹੈ, ਅਸੀਂ ਨਹੀਂ ਛੱਡਣਾ ਹੈ, ਮਾਲਵਾ ਨਹੀਂ ਛੱਡਣਾ। ਖਾਸ ਤੌਰ ਤੇ ਕਾਲੀ ਦੂਜੀ ਸ਼ਹੀਦਾਂ ਜਿਹੜੀ ਬਾਬਾ ਦੀਪ ਸਿੰਘ ਉਹਨਾਂ ਦੀ ਮਿਸਲ ਸੀ ਨਾ ਸ਼ਹੀਦਾਂ, ਉਹਦੀ ਜ਼ਿਆਦਾ ਫਾਲੋਇੰਗ ਉੱਥੇ ਹੀ ਸੀ ਮਾਲਵੇ ਦੇ ਵਿੱਚ। ਹਾਂਜੀ, ਇਸ ਕਰਕੇ ਉਹ ਕਾਲੀ ਫੂਲਾ ਸਿੰਘ ਪੂਰੇ ਬਜਿੱਦ ਸੀ ਕਿ ਛੱਡਣਾ ਨਹੀਂ ਇਲਾਕਾ ਸੀ। ਉਹ ਛੱਡਣਾ ਪਿਆ, ਉਹਨਾਂ ਨੂੰ ਸਮਝੌਤਾ ਕਰਨਾ ਪਿਆ। ਪਰ ਇਹ ਗੱਲ ਵੀ ਸੀ ਉਹਨਾਂ ਦੀ ਗੱਲ ਕਿ ਜਦੋਂ ਉਹੀ ਜਰਨੈਲ ਮੋਹਕਮ ਚੰਦ, ਕਾਲੀ ਫੂਲਾ ਸਿੰਘ, ਬਾਕੀ ਦੇ ਸਾਰੇ ਜਰਨੈਲ ਜਿਹੜੇ ਕਹਿੰਦੇ ਸੀ ਕਿ ਅਸੀਂ ਲੜਾਈ ਕਰਨੀ ਹੈ, ਪਰ ਉਹ ਮਹਾਰਾਜ ਸਾਹਿਬ ਦੀ ਇੰਨੀ ਰਿਸਪੈਕਟ ਕਰਦੇ ਸੀ ਕਿ ਮਹਾਰਾਜ ਸਾਹਿਬ ਵੱਲ ਕੋਈ ਕਹਿੰਦੇ ਕੋਈ ਮੱਖੀ ਨਹੀਂ ਸੀ ਆ ਸਕਦੀ। ਜੇ ਉਹਨਾਂ ਨੇ ਕਹਿਤਾ ਕਿ ਨਹੀਂ ਲੜਾਈ ਕਰਨੀ ਤਾਂ ਉਹ ਜਰਨੈਲ ਚੁੱਪ ਕਰਕੇ ਜਾ ਕੇ ਗਏ, ਸਾਰੀ ਦੀ ਸਾਰੀ ਫੌਜ ਨੂੰ ਵਿਦਡਰਾ ਕੀਤਾ। ਤੇ ਮਹਾਰਾਜ ਸਾਹਿਬ ਨੂੰ ਗੁੱਸਾ ਸੀ ਤੇ ਉਸ ਵੇਲੇ ਹੀ ਅਜੇ ਚਿੱਠੀ ਆਈ ਸੀ ਸੰਸਾਰ ਚੰਦ ਦੀ ਕਿ ਗੋਰਖਿਆਂ ਨੇ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿ ਮੈਨੂੰ ਬਚਾਓ। ਕਾਂਗੜੇ ਦਾ ਕਿਲਾ ਢਹਿਣ ਵਾਲਾ ਹੀ ਸੀ, ਗੋਰਖਿਆਂ ਦੇ ਹੱਥ ਆਉਣ ਵਾਲਾ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣੀ ਆਰਮੀ ਨੂੰ ਇਹ ਕਿਹਾ ਵੀ ਚਲੋ ਹੁਣ ਕਾਂਗੜਾ ਜਾ ਕੇ ਗੋਰਖੇ ਕੱਢਣੇ। ਉੱਥੋਂ ਗੋਰਖਿਆਂ ਦੇ ਲੀਡਰ ਨੇ ਮਹਾਰਾਜ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਂ ਨਜ਼ਰਾਨਾ ਦੇਣ ਲਈ ਤਿਆਰ ਹਾਂ। ਇਸ ਵੇਲੇ ਸਭ ਤੋਂ ਪਹਿਲਾਂ 2 ਲੱਖ ਰੁਪਈਆ ਉਹਨੇ ਆਫਰ ਕੀਤਾ, ਪਰ ਮਹਾਰਾਜ ਸਾਹਿਬ ਇੱਕ ਪੰਜਾਬੀ ਰਾਜੇ ਸੀ। ਉਹਨਾਂ ਨੇ ਕਿਹਾ ਕਿ ਪੰਜਾਬੀ ਸੰਸਾਰ ਚੰਦ ਤੇ ਤੁਸੀਂ ਹਮਲਾ ਕਰ ਰਹੇ ਆ, ਸਾਡੀ ਜਿਹੜੀ ਹਮਦਰਦੀ ਆ ਉਹ ਪੰਜਾਬੀ ਦੇ ਨਾਲ ਹੈ। ਇਸ ਕਰਕੇ ਉਹਨਾਂ ਨੇ ਜਾ ਕੇ ਸੰਸਾਰ ਚੰਦ ਨੂੰ ਕਿਹਾ ਕਿ ਇਸ ਤੋਂ ਬਾਅਦ, ਲੜਾਈ ਤੋਂ ਬਾਅਦ, ਇਹ ਜਿਹੜਾ ਕਿਲਾ ਆ ਸਾਡੇ ਅੰਡਰ ਹੋਊਗਾ, ਪਰ ਇਸ ਵੇਲੇ ਅਸੀਂ ਗੋਰਖਿਆਂ ਦੇ ਖਿਲਾਫ ਲੜਾਂਗੇ। ਉਹ ਲੜੇ, ਗੋਰਖਿਆਂ ਨੂੰ ਉੱਥੋਂ ਕੱਢਿਆ ਤੇ ਉਸ ਵੇਲੇ ਸਿਕਿਉਰ ਕੀਤਾ ਕਾਂਗੜੇ ਦਾ ਕਿਲਾ, ਜਿਹੜਾ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੁੰਦਾ ਸੀ। ਫਿਰ ਆਏ, ਕਿਉਂਕਿ ਜਿਹੜੀ ਸੰਧੀ ਸੀ ਚੱਲਦੀ, ਸੰਧੀ ਦੀ ਗੱਲਬਾਤ ਚੱਲਦੀ ਸੀ, ਸਤਲੁਜ ਦੀ ਸੰਧੀ ਦੀ ਗੱਲ ਕਰਦੇ, ਉਹ ਬਹੁਤ ਸਮਾਂ ਉਹਨੇ ਬਰਬਾਦ ਕੀਤਾ। ਲਾਹੌਰ ਦਰਬਾਰ, ਜਿਹੜਾ ਲਾਹੌਰ ਨਹੀਂ ਸੀ ਲੱਗਦਾ ਉਸ ਵੇਲੇ, ਉਹ ਆ ਕੇ ਬੈਠੇ ਸੀ ਬਿਲਕੁਲ ਇਲਾਕੇ ਫਲੌਰ ਦੇ ਵਿੱਚ, ਤਾਂ ਕਿ ਉਹ ਜਿਹੜੇ ਪਿਛਲੇ ਪਾਸੇ ਸੀ ਉੱਥੇ ਵਿਦਰੋਹ ਪੈਦਾ ਹੋ ਗਿਆ। ਖਾਸ ਤੌਰ ਤੇ ਤਰਨਤਾਰਨ ਪੱਟੀ ਦੇ ਵਿੱਚ, ਸਾਹੀਵਾਲ ਦੇ ਵਿੱਚ, ਜੰਮੂ ਦੇ ਵਿੱਚ, ਜਲੰਧਰ ਦੇ ਵਿੱਚ ਫੈਜ਼ਲਪੁਰੀਆਂ ਮਿਸਲ ਵਾਲਿਆਂ ਨੇ ਵਿਦਰੋਹ ਕਰ ਦਿੱਤਾ। ਫਿਰ ਮਹਾਰਾਜ ਸਾਹਿਬ ਨੇ 4 ਡਿਵੀਜ਼ਨਾਂ ਬਣਾਈਆਂ ਉੱਥੇ ਕਿ ਹੁਣ 4 ਡਿਵੀਜ਼ਨਾਂ ਦੇ ਵਿੱਚ ਜਾ ਕੇ ਵਿਦਰੋਹ ਖਤਮ ਕਰਨਾ। ਜਿਹੜੀ ਡਿਵੀਜ਼ਨ ਗਈ ਹੈ ਸਾਹੀਵਾਲ ਨੂੰ, ਬਲੋਚ ਚੌਧਰੀਆਂ ਨੂੰ ਦਬਾਉਣ ਲਈ, ਸਿਆਲ ਚੌਧਰੀਆਂ ਨੂੰ ਦਬਾਉਣ ਲਈ, ਇਹ ਮਹਾਰਾਜ ਸਾਹਿਬ ਆਪ ਖੁਦ ਕਮਾਂਡਰ ਸਨ। ਜੰਮੂ ਭੇਜੇ ਸਰਦਾਰ ਹੁਕਮ ਸਿੰਘ ਚਿਮਨੀ, ਉਹਨਾਂ ਦੀ ਡਿਵੀਜ਼ਨ ਗਈ, ਤੇ ਜਲੰਧਰ ਦੇ ਵਿੱਚ ਦੀਵਾਨ ਮੋਹਕਮ ਚੰਦ ਹੋਣਾ ਦੀ, ਤਰਨਤਾਰਨ ਪੱਟੀ ਦੇ ਵਿੱਚ ਮੀਆਂ ਗੌਸ ਮੁਹੰਮਦ ਖਾਨ ਦੀ, ਚਾਰੇ ਜਰਨੈਲ, ਚਾਰਾਂ ਨੇ ਵੱਖਰੀਆਂ ਵੱਖਰੀਆਂ ਡਿਵੀਜ਼ਨ। ਮੇਰਾ ਖਿਆਲ ਸਮਾਂ ਹੋ ਚੱਲਿਆ ਲੱਗਦਾ, ਸਾਡੇ ਤੋਂ ਸਮਾਂ ਮਹਾਰਾਜ ਸਾਹਿਬ ਦੇ 40 ਸਾਲ ਕਵਰ ਕਰਨ ਲਈ ਬਹੁਤ ਜ਼ਿਆਦਾ ਸਮਾਂ ਚਾਹੀਦਾ। ਸੋ ਇਸ ਵੇਲੇ ਅਸੀਂ ਇਸ ਗੱਲ ਤੇ ਕਨਕਲੂਡ ਕਰ ਲੈਨੇ ਜੀ ਕਿ ਜੇ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਪੰਜਾਬ ਦੇ ਵਿੱਚ ਦੇਖੋ 1699 ਦੇ ਵਿੱਚ ਖਾਲਸਾ ਸਾਜਿਆ। ਮਹਾਰਾਜ ਸਾਹਿਬ ਦੇ ਬਾਬਾ ਜੀ ਸਰਦਾਰ ਬੁੱਧ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ। 100 ਸਾਲ ਦੇ ਵਿੱਚ ਉਸ ਬੰਦੇ ਦੇ ਪੋਤੇ ਨੇ ਇੱਕ ਅਜਿਹਾ ਰਾਜ ਪੈਦਾ ਕਰ ਦਿੱਤਾ ਕਿ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਸਟੇਟ, ਜਿਹੜੀ ਕਿ ਤੁਸੀਂ ਕਹ ਲਓ ਉਹਨਾਂ ਨੂੰ ਕੰਪੇਅਰ ਕਰ ਸਕਦੇ ਹੋ ਤੁਸੀਂ ਸਿਕੰਦਰ ਦੇ ਨਾਲ, ਹਾਂਜੀ, ਤੁਸੀਂ ਉਹਨਾਂ ਨੂੰ ਕੰਪੇਅਰ ਕਰ ਸਕਦੇ ਹੋ ਨੈਪੋਲੀਅਨ ਦੇ ਨਾਲ।
ਇਦਾਂ ਦੇ ਬੰਦੇ ਵੀ ਸਾਡੇ ਹੋਏ ਆ ਜੀ। ਸੋ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਸਾਡੇ ਪੈਦਾ ਹੋ ਸਕਦੇ ਆ ਤੇ ਉਹਨਾਂ ਦੇ ਜਿਹੜੇ ਵਾਰਿਸ ਆ ਉਹਨਾਂ ਦੇ ਵਿੱਚ ਵੀ ਜਾਨ ਹੋਣੀ, ਉਹਨਾਂ ਦੇ ਵਿੱਚ ਵੀ ਅਕਲ ਹੈਗੀ ਹੈ ਜੀ। ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਕਦਮਾਂ ਤੇ ਚੱਲ ਸਕਦੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ। ਤੇ ਤੁਸੀਂ ਅੱਜ ਦਾ ਵਿਚਾਰ ਦੱਸ ਦਿਓ। ਹਾਂਜੀ, ਅੱਜ ਦਾ ਵਿਚਾਰ ਹੈ ਕਿ ਸਿਆਣਾ ਬੰਦਾ ਸੁਣਦਾ ਹੈ ਤੇ ਮੂਰਖ ਬੰਦਾ ਬੋਲਦਾ ਹੈ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।